ਉਹਨਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਮਾਝ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਤੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ 3 ਪੌੜੀਆਂ ਦੀ ਵਿਚਾਰ ਹੋ ਚੁੱਕੀ ਸੀ। ਅੱਜ ਅਸੀਂ ਚੌਥੀ ਪੌੜੀ ਦੀ ਵਿਚਾਰ ਆਰੰਭ ਕਰ ਰਹੇ ਹਾਂ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਇਹ ਪਾਵਨ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 139 ਤੇ 139 ਤੇ ਸੁਸ਼ੋਭਿਤ। ਸੋਇਨੇ ਕੈ ਪਰਬਤ ਗੁਫਾ ਕਰੀ ਕੈ ਪਾਣੀ ਪਿਆਲ। ਇਹਨੂੰ ਪਿਆਲ ਨਹੀਂ ਪੜਨਾ, ਪਿਆਲ ਤਾਂ ਬਣੇਗਾ ਜੇ ਪੱਪੇ ਨਾਲ ਸਿਹਾਰੀ, ਐੜੇ ਨਾਲ ਕੰਨਾ ਤੇ ਲੱਲੇ ਨਾਲ ਸਿਹਾਰੀ ਹੋਏ ਪਿਆਲ। ਆਮ ਕਰਕੇ ਪਿਆਲ ਪੜਿਆ ਜਾਂਦਾ ਹੈ, ਪਰ ਇਹਨੂੰ ਪੜਨਾ ਹੈ ਪਿਆਲ। ਔਰ ਗੁਫਾ ਕਰੀ ਨੂੰ ਕਰੀ ਨਹੀਂ ਪੜਨਾ, ਬਿੰਦੀ ਲਗਾ ਕੇ ਪੜਨਾ ਹੈ ਕਰੀ। ਕਰੀ ਦਾ ਮਤਲਬ ਮੈਂ ਕਰ ਲਵਾਂ, ਮੈਂ ਬਣਾ ਲਵਾਂ। ਸੋਇਨੇ ਕੇ ਪਰਬਤ ਗੁਫਾ ਕਰੀ। ਹੁਣ ਪਰਬਤ ਦਾ ਮਤਲਬ ਹੈ ਪਹਾੜ, ਸੋਇਨੇ ਦਾ ਮਤਲਬ ਸੋਨਾ, ਤੇ ਪਰਬਤ ਦੇ ਤੱਤੇ ਨਾਲ ਸਿਹਾਰੀ ਲੱਗੀ ਹੋਣ ਕਰਕੇ ਇਹਦਾ ਮਤਲਬ ਬਣ ਗਿਆ ਹੈ ਪਰਬਤ ਤੇ, ਪਰਬਤ ਵਿੱਚ ਜਾਂ ਪਰਬਤ ਦੇ ਉੱਤੇ। ਹੁਣ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਚਾਹੇ ਮੈਂ ਸੋਨੇ ਦੇ ਪਹਾੜ ਉੱਤੇ ਗੁਫਾ ਬਣਾ ਲਵਾਂ ਔਰ ਚਾਹੇ ਮੈਂ ਪਾਣੀ ਦੇ ਵਿੱਚ ਰਹਿਣਾ ਸ਼ੁਰੂ ਕਰ ਦਿਆਂ। ਦੋ ਤਰ੍ਹਾਂ ਦੇ ਲੋਕ ਨੇ ਜੋ ਇਹਨਾਂ ਕਰਮਾਂ ਨੂੰ ਭਗਤੀ ਸਮਝਦੇ ਨੇ। ਇੱਕ ਤੇ ਉਹ ਨੇ ਜੋ ਪਹਾੜਾਂ ਤੇ ਚੜ੍ਹਦੇ ਨੇ ਔਰ ਗੁਫਾਵਾਂ ਵਿੱਚ ਰਹਿ ਕੇ ਸਮਾਧੀਆਂ ਲਾਉਂਦੇ ਨੇ, ਤੇ ਦੂਜੀ ਕਿਸਮ ਦੇ ਲੋਕ ਉਹ ਨੇ ਜੋ ਪਾਣੀ ਦੇ ਵਿੱਚ ਖਲੋ ਕੇ ਤੇ ਆਪਣਾ ਮੰਤਰ ਜੰਤਰ ਪੜ੍ਹਦੇ ਤੇ ਉਹਨੂੰ ਭਗਤੀ ਸਮਝਦੇ ਹਨ। ਤੇ ਇਹ ਸਮਝਦੇ ਨੇ ਕਿ ਸ਼ਾਇਦ ਅਸੀਂ ਇਹ ਧਰਮ ਦਾ ਕੰਮ ਕਰ ਰਹੇ ਹਾਂ। ਗੁਫਾਵਾਂ ਦੇ ਵਿੱਚ ਵੜਨਾ, ਜਿਵੇਂ ਅੱਜ ਕੱਲ ਸਾਡੇ ਬਾਬਿਆਂ ਨੇ ਭੋਰੇ ਬਣਾ ਲਏ ਨੇ ਵਧੀਆ, ਪਹਾੜਾਂ ਤੇ ਬਾਹਰ ਜਾਣ ਦੀ ਲੋੜ ਨਹੀਂ, ਭੋਰੇ ਬਣਾ ਲਏ ਤੇ ਆਰਾਮ ਦੇ ਨਾਲ, ਇਹ ਉਹੀ ਚੀਜ਼ ਹੈ। ਤਾਂ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜੇ ਸੋਨੇ ਦਾ ਵੀ ਪਹਾੜ ਹੋਵੇ ਔਰ ਸੋਨੇ ਦੇ ਪਹਾੜ ਦੇ ਅੰਦਰ ਗੁਫਾ ਬਣਾ ਲਈ ਜਾਏ ਤੇ ਉਹਦੇ ਅੰਦਰ ਬੈਠ ਕੇ ਬੰਦਾ ਆਪਣਾ ਜੋ ਤਪ ਤਪੱਸਿਆ ਕਰਨਾ ਹੈ ਉਹ ਕਰੇ, ਤੇ ਜਾਂ ਮੈਂ ਪਾਣੀ ਦੇ ਵਿੱਚ ਰਹਿਣਾ ਸ਼ੁਰੂ ਕਰ ਦਿਆਂ। ਕੈ ਵਿੱਚ ਧਰਤੀ ਕੈ ਆਕਾਸ਼ੀ ਉਰਦ ਰਹਾ ਸਿਰ ਭਾਰ। ਇਹਨੂੰ ਰਹਾ ਨਹੀਂ ਪੜਨਾ, ਰਹਾ। ਰਹਾ ਦਾ ਮਤਲਬ ਹੋ ਜਾਏਗਾ ਥਰਡ ਪਰਸਨ ਵਾਸਤੇ, ਤੀਜੇ ਬੰਦੇ ਕਿਸੇ ਵਾਸਤੇ, ਪਾਸਟ ਟੈਂਸ ਵਿੱਚ, ਲੇਕਿਨ ਇਹ ਹੈਗਾ ਵਰਤਮਾਨ ਦੇ ਵਿੱਚ ਆਪਣੇ ਵਾਸਤੇ। ਉੱਤਮ ਪੁਰਖ ਦੀ ਗੱਲ ਹੈ। ਉਰਦ ਰਹਾ, ਮੈਂ ਰਹਾ। ਉਰਦ ਦਾ ਮਤਲਬ ਉਲਟਾ, ਉੱਠਾ, ਸਿਰ ਭਾਰ। ਚਾਹੇ ਧਰਤੀ ਵਿੱਚ ਚਾਹੇ ਆਕਾਸ਼ ਵਿੱਚ ਮੈਂ ਸਿਰ ਭਾਰ ਖਲੋਤਾ ਰਵਾਂ। ਸ਼ੀਰਸ ਆਸਨ ਨਹੀਂ ਕਰਦੇ। ਕਈ ਲੋਕ ਇਹਨੂੰ ਭਗਤੀ ਸਮਝਦੇ ਨੇ ਕਿ ਸਿਰ ਭਰਨੇ, ਕਈ ਉੱਤੇ ਆਪਣੀਆਂ ਲੱਤਾਂ ਬੰਨ ਕੇ ਲਟਕ ਗਏ ਰੁੱਖ ਦੇ ਨਾਲ, ਜਾਂ ਸਿਰ ਥੱਲੇ ਕਰਕੇ ਪੈਰ ਉਤਾਂ ਕਰਕੇ ਖੜੇ ਹੋ ਗਏ, ਸ਼ੀਰਸ ਆਸਨ। ਤੇ ਇਸ ਤਰ੍ਹਾਂ ਕੋਈ ਭਗਤੀ ਕਰੇ ਔਰ ਇਹਨੂੰ ਭਗਤੀ ਸਮਝਦੇ ਨੇ, ਸਮਝਦੇ ਹਨ ਕਿ ਸ਼ਾਇਦ ਇਹ ਬਹੁਤ ਵੱਡਾ ਧਰਮ ਦਾ ਮੈਂ ਕੰਮ ਕਰ ਰਿਹਾ, ਇਹਦੇ ਨਾਲ ਰੱਬ ਖੁਸ਼ ਹੋਏਗਾ, ਇਹਦੇ ਨਾਲ ਮੈਨੂੰ ਮੁਕਤੀ ਮਿਲੇਗੀ, ਜਾਂ ਜੋ ਵੀ ਕਿਸੇ ਦੀ ਸਾਧਨਾ ਹੈ। ਕੇਵਲ ਇਹਨਾਂ ਗੱਲਾਂ ਨੂੰ ਨਾ ਆਪਣੇ ਧਿਆਨ ਦੇ ਵਿੱਚ ਰੱਖਣਾ ਹੈ ਤੁਸੀਂ ਸਾਰਿਆਂ ਨੇ, ਕਿ ਚਾਹੇ ਸੋਨੇ ਦੇ ਪਰਬਤ ਤੇ ਗੁਫਾ ਬਣਾ ਲਈ ਜਾਏ, ਚਾਹੇ ਪਾਣੀ ਵਿੱਚ ਨਿਵਾਸ ਕਰ ਲਿਆ ਜਾਏ, ਚਾਹੇ ਧਰਤੀ ਤੇ ਜਾਂ ਆਕਾਸ਼ ਵਿੱਚ ਬੰਦਾ ਪੁੱਠਾ ਲਟਕਦਾ ਰਹੇ, ਸਿਰ ਭਾਰ ਲਟਕਦਾ ਰਹੇ। ਪੁਰ ਕਰ ਕਾਇਆ ਕੱਪੜ ਪਹਿਰਾਂ। ਇਹਨੂੰ ਪਹਿਰਾ ਨਹੀਂ ਪੜਨਾ, ਪਹਿਰਾਂ। ਧੋਵਾ ਨਹੀਂ ਪੜਨਾ, ਧੋਵਾਂ। ਧੋਵਾਂ ਸਦਾਕਾਰ, ਸਦਾ ਨਹੀਂ ਬੋਲਣਾ, ਸਦਾ ਬੋਲਣਾ ਹੈ। ਪੁਰ ਕਰ ਕਾਇਆ ਕੱਪੜ ਪਹਿਰਾਂ ਧੋਵਾਂ ਸਦਾਕਾਰ। ਪੁਰ ਕਰ ਦਾ ਮਤਲਬ ਪੂਰਨ ਕਰਕੇ, ਪੂਰੇ ਤੌਰ ਤੇ ਸਦਾਕਾਰ ਦਾ ਮਤਲਬ ਸਦਾ। ਕਾਰ ਦਾ ਮਤਲਬ ਕੰਮ ਹੀ ਬਣਾ ਲਵਾਂ, ਸਦਾ, ਹਮੇਸ਼ਾ, ਲਗਾਤਾਰ, ਕੰਟੀਨਿਊ। ਭਾਵੇਂ ਸਰੀਰ ਨੂੰ ਪੂਰੇ ਤੌਰ ਤੇ ਕੱਪੜਾ ਪਹਿਨ ਲਵਾਂ, ਪੂਰੇ ਸਰੀਰ ਨੂੰ ਢੱਕ ਲਵਾਂ। ਜਿਵੇਂ ਇੱਕ ਨਾ ਸਾਧੂ ਨੇ ਕਾਪੜੀਏ, ਉਹ ਆਪਣੇ ਸਰੀਰ ਨੂੰ ਬਿਲਕੁਲ ਢੱਕ ਕੇ ਹੀ ਰੱਖਦੇ ਨੇ ਤੇ ਇਹਨੂੰ ਧਰਮ ਸਮਝਦੇ ਨੇ। ਕਈਆਂ ਨੇ ਸਰੀਰ ਦੇ ਚਫੇਰੇ, ਚਮੜਾ ਵਗੈਰਾ ਲਪੇਟਿਆ ਹੁੰਦਾ ਹੈ, ਕਈਆਂ ਨੇ ਆਪਣੇ ਸਰੀਰ ਨੂੰ ਕੱਪੜੇ ਦੇ ਨਾਲ ਢੱਕਿਆ ਹੁੰਦਾ ਹੈ। ਧੋਵਾਂ ਸਦਾਕਾਰ ਦਾ ਮਤਲਬ ਸਦਾ, ਲਗਾਤਾਰ ਮੈਂ ਧੋਂਦਾ ਵੀ ਰਵਾਂ, ਕੱਪੜੇ ਵੀ ਧੋ ਧੋ ਕੇ ਪਾਵਾਂ ਸਾਫ਼, ਔਰ ਸਰੀਰ ਨੂੰ ਵੀ ਧੋਂਦਾ ਰਹਾਂ, ਤੀਰਥਾਂ ਦੇ ਵਿੱਚ ਇਸ਼ਨਾਨ ਕਰਦਾ ਰਹਾਂ। ਕਾਪੜੀਆਂ ਦੀ ਤਰ੍ਹਾਂ ਮੈਂ ਆਪਣੇ ਸਰੀਰ ਨੂੰ ਢੱਕ ਲਵਾਂ ਔਰ ਸਦਾ ਮੈਂ ਕੱਪੜੇ ਵੀ ਧੋਂਦਾ ਰਹਾਂ ਔਰ ਆਪਣੇ ਸਰੀਰ ਨੂੰ ਵੀ ਧੋਂਦਾ ਰਹਾਂ, ਯਾਨੀ
मैं सुचमता रखा। बग्गा रत्ता पीला काला बेदा करी पुकार। इनू बेदा नहीं पढ़ना, बेदा, करी नहीं करी। बग्गा रत्ता पीला काला बेदा करी पुकार। बग्गा का मतलब सफेद, भावें मैं चिट्टे, रत्ता का मतलब लाल, पीला का मतलब पीले, काला का मतलब काले, भावें मैं चिट्टे लाल पीले कपड़े पा लवां, ये चार वेदां का मैं उच्चारण करा। जो हिंदू वीर ने उन्होंने इन्हां चीज़ों का नियम बनाया गया कि लाल पीला काला इन्हां रंगां वाले वेदां नूं उच्चा कूक के पढ़ा। गायत्री तंत्र के 5वें पटल विच वेदां दे रंग इंज दिते ने। हीरे जिहा ये सामवेद का रंग है, पीला ऋग्वेद का, लाल यजुर्वेद लई और सुरमई अथर्वण वेद वास्ते। ए कपड़े पा के ते इन्हां वेदां दा मैं पाठ करा। सफेद लाल पीला काला ये कपड़े पा के वेदां करी पुकार, मैं वेदां नूं विचारा और पुकार पुकार के सुनावा, यानी पाठ करा, वेदां दा पाठ करा। होए कुचील रहा मल धारी। कुचील का मतलब है गंदा, मल धारी का मतलब मैला, कि जां फिर मैं गंदा रहा मैला रहा। मल धारी शरीर ते मैल लगी रहे, जिवें जैनी ने सरेवड़े, जैनियां दे विच भी दो तरह दे ने, सरेवड़े ਜਿਹੜੇ ਨਹਾਉਂਦੇ ਨਹੀਂ। ਪਾਵਨ ਬਾਣੀ ਵਿੱਚ ਉਹਨਾਂ ਵਾਸਤੇ ਨਾ ਬਚਨ ਆਇਆ ਹੈ, ਫੂਲ ਫਦੀਹਤ ਮੂੰਹ ਲੈਣ ਪੜਾਸਾਂ ਪਾਣੀ ਦੇਖ ਸੰਗਾਹੀ। ਉਹ ਖੜੇ ਪਾਣੀ ਵਿੱਚ ਨਹਾਉਂਦੇ ਵੀ ਨਹੀਂ ਕਿਉਂਕਿ ਕੋਈ ਜੀਵ ਨਾ ਮਰ ਜਾਏ। ਉਹ ਆਪਣੇ ਵਾਲ ਜਿਹੜੇ ਨੇ ਨਾ ਉਹਨਾਂ ਵਿੱਚ ਕੰਘੀ ਨਹੀਂ ਫੇਰਦੇ, ਜਿਸ ਕਰਕੇ ਕੋਈ ਜੂੰ ਵਗੈਰਾ ਨਾ ਮਰੇ, ਤੇ ਵਾਲਾਂ ਨੂੰ ਕੱਟਦੇ ਵੀ ਨਹੀਂ। ਉਹ ਕੱਲਾ ਕੱਲਾ ਵਾਲ ਕਰਕੇ ਪੁੱਟਦੇ ਨੇ, ਕੱਟਣ ਨਾਲ ਕੈਂਚੀ ਨਾਲ ਵੀ ਕੋਈ ਅੰਦਰ ਕੀੜਾ ਨਾ ਮਰ ਜਾਏ, ਇੰਨਾ ਉਹ ਭਰਮ ਕਰਦੇ ਨੇ। ਰਾਤ ਨੂੰ ਤੁਰਦੇ ਨਹੀਂ ਜਿੱਥੇ ਬਹਿ ਗਏ, ਮੂੰਹ ਦੇ ਉੱਤੇ ਪੱਟੀ ਬੰਨ ਕੇ ਰੱਖਦੇ ਨੇ ਕਿ ਕੋਈ ਹਵਾ ਵਿੱਚ ਵੀ ਕੀੜਾ ਅੰਦਰ ਜਾ ਕੇ ਨਾ ਮਰੇ। ਜਦੋਂ ਰਾਹ ਵਿੱਚ ਤੁਰਦੇ ਨੇ ਤੇ ਉਹਨਾਂ ਨੇ ਇੱਕ ਸੂਤਰ ਦਾ ਬ੍ਰਸ਼ ਜਿਹਾ ਫੜਿਆ ਹੁੰਦਾ ਹੈ, ਜਿਸ ਦੇ ਨਾਲ ਜੇ ਕੋਈ ਕੀੜਾ ਕਿਰਮ ਆ ਜਾਏ ਤਾਂ ਉਹਨੂੰ ਆਰਾਮ ਨਾਲ ਪਾਸੇ ਕਰਦੇ ਨੇ ਕਿ ਉਹ ਮਰੇ ਨਾ, ਤੇ ਫਿਰ ਅੱਗੇ ਤੁਰਦੇ ਨੇ ਤੇ ਲਾਈਨ ਬਣਾ ਕੇ ਤੁਰਦੇ ਨੇ। ਜਿੱਥੇ ਅੱਗੇ ਪਹਿਲੇ ਬੰਦੇ ਨੇ ਪੈਰ ਰੱਖਿਆ ਨਾ, ਉਹਦੇ ਪੈਰਾਂ ਤੇ ਪੈਰ ਰੱਖਣਾ ਹੈ, ਤੇ ਜੇ ਕੋਈ ਕੀੜਾ ਦੂਜੇ ਦੇ ਪੈਰ ਥੱਲੇ ਆਣ ਕੇ ਮਰਦਾ ਹੈ ਤੇ ਪਹਿਲੇ ਵਾਲੇ ਦੀ ਜ਼ਿੰਮੇਵਾਰੀ ਹੋਏਗੀ, ਕਿਉਂਕਿ ਉਹਨੇ ਗਲਤ ਜਗ੍ਹਾ ਤੇ ਪੈਰ ਰੱਖਿਆ। ਐਵੇਂ ਨਹਾਉਂਦੇ ਤੱਕ ਨਹੀਂ ਉਹ। ਹੁਣ ਗੁਰੂ ਜੀ ਕਹਿੰਦੇ ਨੇ ਜੇ ਐਸੇ ਵੀ ਕੋਈ ਗੰਦੇ ਕੰਮ ਕਰਾਂ ਤਾਂ ਇਹ ਸਾਰੇ ਕੰਮ ਕੀ ਨੇ। ਹੁਣ ਦੁਬਾਰਾ ਫਿਰ ਇਹਨੂੰ ਸੁਣ ਲਓ ਧਿਆਨ ਨਾਲ, ਜਿਸ ਕਰਕੇ ਨਾ ਚੀਜ਼ ਸਾਡੀ ਸਮਝ ਚ ਆ ਜਾਏ ਕਿ ਜੇ ਕੋਈ ਬੰਦਾ ਸੋਨੇ ਦੀ ਗੁਫਾ ਬਣਾ ਕੇ ਉਹਦੇ ਵਿੱਚ ਜਾ ਬੈਠੇ, ਜਾਂ ਪਾਣੀ ਵਿੱਚ ਖਲੋ ਕੇ ਤਪ ਤਪੱਸਿਆ ਕਰੇ, ਧਰਤੀ ਦੇ ਉੱਤੇ ਸ਼ੀਰ ਸ਼ਾਸਨ ਕਰਦਾ ਰਹੇ, ਜਾਂ ਕਿਤੇ ਰੁੱਖ ਦਰਖਤ ਦੇ ਨਾਲ ਪੁੱਠਾ ਲਟਕਿਆ ਰਹੇ, ਕਾਪੜੀਆਂ ਦੀ ਤਰ੍ਹਾਂ ਸਾਰੇ ਸਰੀਰ ਨੂੰ ਢੱਕ ਲਵੇ, ਔਰ ਤੀਰਥਾਂ ਦੇ ਉੱਤੇ ਇਸ਼ਨਾਨ ਕਰਦਾ ਰਹੇ, ਚਿੱਟਾ ਕਾਲਾ ਲਾਲ ਪੀਲਾ ਕੱਪੜੇ ਪਾ ਕੇ ਵੇਦਾਂ ਦਾ ਪਾਠ ਕਰਦਾ ਰਹੇ, ਜਾਂ ਜੈਨੀਆਂ ਦੀ ਤਰ੍ਹਾਂ ਕੁਚੀਲ ਰਹੇ। ਗੁਰੂ ਜੀ ਕਹਿੰਦੇ ਨੇ ਦੁਰਮਤ ਮਤ ਵਿਕਾਰ। ਦੁਰਮਤ ਦਾ ਮਤਲਬ ਖੋਟੀ ਮਤ, ਵਿਕਾਰ ਦਾ ਮਤਲਬ ਭੈੜੇ ਕਰਮ। ਇਹ ਸਾਰੇ ਭੈੜੀ ਮਤ ਦੇ ਮੰਦੇ ਕਰਮ ਨੇ, ਇਹ ਸਾਰੇ ਭੈੜੀ ਮਤ ਦੇ ਮੰਦੇ ਕੰਮ ਨੇ, ਜਿਨ੍ਹਾਂ ਨੂੰ ਦੇਖੋ ਹੁਣ ਲੋਕ ਧਰਮ ਸਮਝ ਰਹੇ ਨੇ, ਔਰ ਸਾਡੇ ਅੰਦਰ ਇਹ ਧਰਮ ਕਰਕੇ ਪ੍ਰਚਾਰਿਆ ਜਾ ਰਿਹਾ ਕਿ ਫਲਾਂ ਬਾਬਾ ਜੀ ਉਹ ਤੇ ਬੜੀ ਤਪੱਸਿਆ ਕਰਦਾ, ਉਹ ਤੇ ਉਲਟਾ ਲਟਕਿਆ ਰੁੱਖ ਦੇ ਨਾਲ। ਸਾਡੇ ਫਲਾਂ ਬਾਬੇ ਨੇ ਜੀ 11 ਦਿਨ ਲਗਾਤਾਰ ਸਿਆਲ ਦੇ ਦਿਨਾਂ ਵਿੱਚ ਮੀਂਹ ਪੈਂਦੇ ਵਿੱਚ ਵੀ ਛੱਪੜ ਦੇ ਵਿੱਚ ਖਲੋ ਕੇ ਤਪੱਸਿਆ ਕੀਤੀ, ਤੇ ਗੁਰੂ ਜੀ ਕਹਿੰਦੇ ਨੇ ਤੇ ਬੇਵਕੂਫੀ ਹੈ, ਇਹ ਤਾਂ ਦੁਰਮਤ ਮਤ ਵਿਕਾਰ ਹੈ। ਜੇ ਕੋਈ ਕਵੇ ਜੀ ਸਾਡਾ ਬਾਬਾ ਜਾਂ ਫਲਾਂ ਸੰਤ ਜਾਂ ਫਲਾਂ ਬਾਬਾ ਕਿਸੇ ਗੁਫਾ ਦੇ ਵਿੱਚ ਵੜ ਕੇ, ਭੋਰੇ ਵਿੱਚ ਵੜ ਕੇ ਉਹ 41 ਦਿਨ ਅੰਦਰ ਹੀ ਰਿਹਾ, ਤਾਂ 41 ਦਿਨ ਅੰਦਰ ਰਿਹਾ ਤਾਂ ਬੇਵਕੂਫੀ ਕੀਤੀ, ਕੋਈ ਸਿਆਣਪ ਥੋੜਾ ਹੈ। ਸੋਨੇ ਦੀ ਵੀ ਗੁਫਾ ਵਿੱਚ ਕੋਈ ਵੜਿਆ ਰਵੇ ਤੇ ਸਿਆਣਪ ਥੋੜਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਦੁਰਮਤ ਮਤ ਵਿਕਾਰ। ਜੇ ਕੋਈ ਤੀਰਥਾਂ ਤੇ ਨਹਾਉਂਦਾ ਫਿਰਦਾ, ਕੋਈ ਕਵੇ ਕਿ ਮੈਂ ਤੇ ਰੋਜ਼ ਤੀਰਥਾਂ ਤੇ ਨਹਾਉਂਦਾ, ਤਾਂ ਗੁਰੂ ਜੀ ਕਹਿੰਦੇ ਨੇ ਬੇਵਕੂਫੀ, ਕੋਈ ਸਿਆਣਪ ਥੋੜਾ ਹੈ। ਦੁਰਮਤ ਮਤ ਵਿਕਾਰ ਖੋਟੀ ਮਤ ਵਾਲੇ ਖੋਟੇ ਕੰਮ ਨੇ। ਜੇ ਅੰਦਰ ਸੱਚ ਨਹੀਂ ਹੈ,
ਜੇ ਹੁਕਮ ਰਜ਼ਾਈ ਕੋਈ ਬੰਦਾ ਨਹੀਂ ਚੱਲਦਾ, ਜੇ ਉਹਦੇ ਅੰਦਰ ਇਨਸਾਨੀਅਤ ਨਹੀਂ, ਉਹਦੇ ਅੰਦਰ ਰੱਬੀ ਗੁਣ ਨਹੀਂ, ਤਾਂ ਇਹ ਜਿਹੜੇ ਵਿਖਾਵੇ ਦੇ ਸਾਰੇ ਕਰਮ ਨੇ, ਭੈੜੀ ਮੱਤ ਵਾਲੇ ਕੰਮ ਨੇ ਤੇ ਖੋਟੇ ਕਰਮ ਨੇ। ਐਸੇ ਕਰਮ ਕਰਨ ਵਾਲੇ ਜਿਹੜੇ ਬੰਦੇ ਨੇ ਉਹ ਸਿਆਣੇ ਨਹੀਂ, ਉਹ ਖੋਟੇ ਕਰਮ ਨੇ, ਖੋਟੀ ਮੱਤ ਵਾਲੇ ਨੇ। ਅਸਲੀ ਗੱਲ ਕੀ ਹੈ, ਅਸਲੀਅਤ ਕੀ ਹੈ? ਹੁਣ ਗੁਰੂ ਜੀ ਦੱਸ ਰਹੇ ਨੇ, ਨਾ ਹੋ ਨਾ ਮੈਂ, ਨਾ ਹੋ ਹੋਵਾਂ, ਨਾਨਕ ਸ਼ਬਦ ਵਿਚਾਰ। ਗੁਰੂ ਦੇ ਸ਼ਬਦ ਨੂੰ ਵਿਚਾਰ ਕੇ, ਵਿਚਾਰ ਦੇ ਰਾਰੇ ਨਾਲ ਸਿਹਾਰੀ, ਇਹਦਾ ਮਤਲਬ ਵਿਚਾਰ ਕੇ, ਸ਼ਬਦ ਵਿਚਾਰ ਦਾ ਮਤਲਬ ਸ਼ਬਦ ਨੂੰ ਵਿਚਾਰ ਕੇ, ਗੁਰੂ ਦੇ ਗਿਆਨ ਨੂੰ ਸਮਝ ਕੇ ਤੇ ਉਹਦੇ ਮੁਤਾਬਕ ਮੈਂ ਜ਼ਿੰਦਗੀ ਜੀਵਾਂ ਤੇ ਮੇਰੇ ਜੀਵਨ ਚੋਂ ਹਉਮੈ ਖਤਮ ਹੋ ਜਾਏ। ਨਾ ਹੋ ਨਾ ਮੈਂ ਕਦੇ ਪਹਿਲਾਂ ਸਾਂ, ਨਾ ਮੈਂ ਹੋਣਾ, ਨਾ ਹੋ ਹੋਵਾਂ, ਨਾ ਹੀ ਮੈਂ ਅਗਲੇ ਆਉਣ ਵਾਲੇ ਟਾਈਮ ਵਿੱਚ ਹੋਵਾਂ। ਮੇਰੇ ਅੰਦਰ ਈਗੋ ਨਾ ਹੋਵੇ। ਗੁਰੂ ਸ਼ਬਦ ਨੂੰ ਵਿਚਾਰ ਕੇ ਮੇਰੀ ਜ਼ਿੰਦਗੀ ਚੋਂ ਈਗੋ ਖਤਮ ਹੋ ਜਾਏ, ਚਾਹੇ ਉਹ ਇਨਫੀਰੀਓਰਿਟੀ ਕੰਪਲੈਕਸ ਹੈ ਜਾਂ ਸੁਪਰੀਓਰਿਟੀ ਕੰਪਲੈਕਸ ਹੈ, ਇਹ ਈਗੋ ਨਾ ਰਹੇ, ਮੈਂ ਰੱਬੀ ਰਜ਼ਾ ਦੇ ਵਿੱਚ ਤੁਰਾਂ। ਹੁਣ ਇਹ ਈਗੋ ਹੈ ਕਿ ਮੈਂ ਪੁੱਠਾ ਲਟਕਿਆ ਤੇ ਉਦੋਂ ਤੱਕ ਲਟਕਿਆ ਰਹਿਣਾ ਜਦੋਂ ਤੱਕ ਰੱਬ ਨਾ ਮਿਲੇ, ਯਾਨੀ ਮੇਰੀ ਈਗੋ ਹੈ, ਮੈਂ ਰੱਬ ਨੂੰ ਹਰਾ ਕੇ ਰਹਿਣਾ। ਮੈਂ ਪਾਣੀ ਵਿੱਚ ਖਲੋਤਾ, ਰੱਬ ਆਏਗਾ ਤੇ ਮੈਨੂੰ ਆਣ ਕੇ ਕੱਢੇਗਾ, ਨਹੀਂ ਤਾਂ ਮੈਂ ਨਿਕਲਣਾ ਨਹੀਂ, ਮਰ ਜਾਣਾ ਮੈਂ ਪਾਣੀ 'ਚ ਖਲੋਤਾ। ਯਾਨੀ ਰੱਬ ਨੂੰ ਹਰਾਉਣ ਵਾਲੀ ਗੱਲ ਹੈ। ਮੈਂ ਭੋਰੇ ਵਿੱਚ ਬੈਠਾ 41 ਦਿਨ, ਜੇ 41 ਦਿਨਾਂ ਵਿੱਚ ਰੱਬ ਨਾ ਆਇਆ ਤੇ ਮੈਂ ਤਾਂ ਰੱਬ ਨੇ ਫਿਰ 41 ਦਿਨ ਹੋਰ ਬਹਿ ਜਾਣਾ। ਹੈਰਾਨ ਵਾਲੀ ਗੱਲ ਹੈ ਨਾ। ਗੱਲ ਇਹ ਨਹੀਂ ਵੀ ਤੂੰ ਗੁਫਾ ਵਿੱਚ ਵੜ ਕੇ ਬੈਠਾ ਰਹੇ, ਗੱਲ ਇਹ ਨਹੀਂ ਪਾਣੀ ਵਿੱਚ ਖਲੋਤਾ ਰਹੇ, ਤੀਰਥਾਂ ਤੇ ਨਹਾਉਂਦਾ ਰਹੇ, ਗੰਦਾ ਰਹੇ ਜਾਂ ਕੱਪੜੇ ਦੇ ਨਾਲ ਟੱਕੀ ਰੱਖੇ। ਗੱਲ ਤਾਂ ਇਹ ਹੈ ਕਿ ਸਿਸਟਮ ਨੂੰ ਫੋਲੋ ਕਰੇ, ਹੁਕਮ ਦੇ ਅੰਦਰ ਚੱਲੇ, ਰੱਬੀ ਗੁਣਾਂ ਦਾ ਧਾਰਨੀ ਹੋਵੇ। ਗੱਲ ਇਹ ਹੈ, ਅਸਲੀਅਤ ਇਹ ਹੈ। ਨਾ ਹੋ ਨਾ ਮੈਂ, ਨਾ ਹੋ ਹੋਵਾਂ, ਨਾਨਕ ਸ਼ਬਦ ਵਿਚਾਰ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਸ਼ਬਦ ਨੂੰ ਵਿਚਾਰ ਕੇ, ਹੁਕਮ ਨੂੰ ਵਿਚਾਰ ਕੇ ਤੇ ਮੇਰੇ ਅੰਦਰੋਂ ਈਗੋ ਖਤਮ ਹੋ ਜਾਏ, ਮੈਂ ਰੱਬੀ ਰਜ਼ਾ ਦੇ ਵਿੱਚ ਤੁਰ ਸਕਾਂ। ਯਾਨੀ ਇਹ ਜਿਹੜੇ ਕੰਮ ਬਾਕੀ ਦੱਸੇ ਨੇ ਉਹ ਅਗਿਆਨਤਾ ਭਰੇ ਕਰਮ ਨੇ। ਰੱਬੀ ਰਜ਼ਾ ਦੇ ਅੰਦਰ ਤੁਰਨਾ ਹੀ ਇੱਕੋ ਇੱਕ ਸਾਧਨ ਹੈ ਜੀਵਨ ਨੂੰ ਸਫਲ ਕਰਨ ਦਾ, ਜੋ ਅਸੀਂ ਜਪਜੀ ਸਾਹਿਬ ਵਿੱਚ ਪੜ੍ਹ ਆਏ ਹਾਂ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਅਗਲਾ ਬਚਨ ਕਰਦੇ ਨੇ, ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੇ। ਹੁਣ ਇਹ ਕੰਟੀਨਿਊ ਅੱਗੇ ਚੱਲ ਰਿਹਾ ਹੈ ਸ਼ਲੋਕ ਦੇ ਅੰਦਰ। ਵਸਤਰ ਦਾ ਮਤਲਬ ਕੱਪੜੇ, ਇਹਨੂੰ ਵਸਤਰ ਨਹੀਂ ਪੜਨਾ, ਵਸਤਰ ਅੱਧਾ ਰਾਰਾ। ਪਖਾਲ ਲੱਲੇ ਨਾਲ ਸਿਹਾਰੀ, ਦਾ ਮਤਲਬ ਪਖਾਲ ਕੇ, ਧੋ ਕੇ, ਖੰਗਾਲ ਕੇ। ਆਪੇ ਸੰਜਮ ਹੋਵੇ, ਸੰਜਮ ਦਾ ਮਤਲਬ ਸੰਜਮੀ, ਸੰਜਮ ਵਿੱਚ ਰਹਿਣ ਵਾਲਾ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਮਨੁੱਖ ਨਿਤ ਕੱਪੜੇ ਧੋ ਕੇ ਤੇ ਸਰੀਰ ਧੋਂਦਾ ਹੈ, ਵਸਤਰ ਪਖਾਲ ਪਖਾਲੇ ਕਾਇਆ, ਕੱਪੜੇ ਵੀ ਰੋਜ਼ ਧੋ ਲੈਂਦਾ, ਸਰੀਰ ਵੀ ਰੋਜ਼ ਧੋ ਲੈਂਦਾ, ਯਾਨੀ ਕੱਪੜੇ ਵੀ ਸਾਫ਼ ਰੱਖਦਾ ਤੇ ਸਰੀਰ ਵੀ ਸਾਫ਼ ਰੱਖਦਾ। ਆਪੇ ਸੰਜਮ ਹੋਵੇ, ਆਪੇ ਦਾ ਮਤਲਬ ਫਿਰ ਆਪਣੇ ਆਪ ਨੂੰ ਸੰਜਮੀ ਸਮਝ ਲੈਂਦਾ, ਤਪਸਵੀ ਹੈ ਕਿ ਮੈਂ ਤਪਸਵੀ ਹਾਂ, ਮੈਂ ਧਰਮ ਕਮਾ ਰਿਹਾ, ਆਪੇ ਹੀ ਸਮਝ ਲੈਂਦਾ। ਕੱਪੜੇ ਵੀ ਆਪਣੇ ਚੰਗੀ ਤਰ੍ਹਾਂ ਧੋ ਲਏ, ਸਰੀਰ ਧੋ ਕੇ ਸਾਫ਼ ਕਰ ਲਿਆ ਕਿ ਮੇਰੇ ਨਾਲ ਕੋਈ ਟੱਚ ਨਾ ਕਰੇ, ਮੈਂ ਕਿਸੇ ਨਾਲ ਟੱਚ ਨਹੀਂ ਕਰਨਾ, ਤੇ ਆਪਣੇ ਆਪ ਨੂੰ ਫਿਰ ਸੰਜਮੀ ਸਮਝ ਲੈਂਦਾ ਕਿ ਮੈਂ ਧਰਮੀ ਹਾਂ। ਅੰਤਰ ਮੈਲ ਲੱਗੀ ਨਹੀਂ ਜਾਣਾ, ਬਾਹਰੋਂ ਮਲਮਲ ਧੋਵੇ। ਜਿਹੜੀ ਅੰਦਰ ਮੈਲ ਲੱਗੀ ਹੈ ਮੈਂਟੈਲਿਟੀ ਵਿੱਚ, ਈਰਖਾ, ਜੈਲਸੀ, ਦੁਐਸ਼, ਪਾਪ, ਹਉਮੈ, ਹੰਕਾਰ, ਲੱਭ, ਲੋਭ, ਲਾਲਚ, ਆਚਰਨਹੀਨਤਾ, ਮੇਰ ਤੇਰ ਦੇ ਵਿਤਕਰੇ, ਜਾਤੀਵਾਦ, ਅੰਦਰ ਮੈਲ ਲੱਗੀ, ਉਹਨੂੰ ਜਾਣਦਾ ਨਹੀਂ। ਬਾਹਰੋਂ ਮਲਮਲ ਧੋਵੇ ਤੇ ਬਾਹਰੋਂ ਮਲਮਲ ਕੇ ਧੋਈ ਜਾ ਰਿਹਾ, ਕੱਪੜੇ ਧੋਈ ਜਾ, ਸਰੀਰ ਧੋਈ ਜਾ ਰਿਹਾ। ਇਹਦਾ ਮਤਲਬ ਇਹ ਨਹੀਂ ਕਿ ਕੱਪੜੇ ਨਾ ਧੋਵੋ, ਕੱਪੜੇ ਧੋ ਕੇ ਸਾਫ਼ ਪਾਣੇ ਚਾਹੀਦੇ ਨੇ, ਸਰੀਰ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਲੇਕਿਨ ਕੇਵਲ ਕੱਪੜੇ ਧੋਈ ਜਾਣੇ ਔਰ ਸਰੀਰ ਨੂੰ ਧੋਈ ਜਾਣ ਨੂੰ ਧਰਮ ਸਮਝ ਲੈਣਾ, ਇਹ ਗਲਤੀ ਹੈ। ਅੰਦਰ ਦੀ ਮੈਲ ਨੂੰ ਸਾਫ਼ ਕਰਨਾ ਅਸਲੀ ਧਰਮ ਹੈ। ਅੰਦਰ ਦੀ ਮੈਲ ਦਾ ਮਤਲਬ ਜੋ ਸਾਡੀ ਸੋਚ ਨੀਵੀਂ ਹੈ, ਸਾਡੀ ਸੋਚ ਵਿੱਚ ਈਰਖਾ, ਦਵੇਸ਼, ਵੈਰ, ਵਿਰੋਧ, ਜਾਤੀਵਾਦ ਹੈ, ਉਸ ਨੈਗੇਟਿਵਿਟੀ ਨੂੰ, ਉਹਨਾਂ ਪਾਪਾਂ ਨੂੰ, ਅਪਰਾਧਾਂ ਨੂੰ, ਮਾੜੀ ਸੋਚ ਨੂੰ ਅੰਦਰੋਂ ਸਾਫ਼ ਕਰਨਾ ਹੈ। ਪਰ ਉਸ ਮੈਲ ਨੂੰ ਤੇ ਬੰਦਾ ਜਾਣਦਾ ਨਹੀਂ, ਸਮਝਦਾ ਨਹੀਂ, ਤੇ ਬਾਹਰੋਂ ਮਲ ਮਲ ਕੇ ਸਰੀਰ ਨੂੰ ਧੋਈ ਜਾਂਦਾ, ਸੁਚਮਤਾ ਰੱਖੀ ਜਾਂਦਾ, ਬਰਤਨ ਮਾਂਜੀ ਜਾਂਦਾ।
ਤਾਂ ਐਸਾ ਬੰਦਾ ਉਹਨੂੰ ਮਿਲਦਾ ਕਿ ਇਹ ਅੰਧਾ, ਇੱਥੇ ਥੋੜਾ ਜਿਹਾ ਰੁਕਣਾ ਹੈ, ਅੰਧਾ ਭੂਲ ਪਿਆ ਜਮ ਜਾਲੇ। ਭੂਲ ਦਾ ਮਤਲਬ ਭੁੱਲ ਕੇ, ਖੁੰਝ ਕੇ, ਜਿਹੜਾ ਅਸਲੀ ਰਾਹ ਹੈ ਉਹ ਭੁੱਲ ਗਿਆ, ਗਲਤ ਐਗਜ਼ਿਟ ਲੈ ਲਿਆ, ਡਾਇਰੈਕਸ਼ਨ ਗਲਤ ਹੋ ਗਈ ਹੈ। ਭੁੱਲ ਕੇ ਜਮਜਾਲੇ ਦਾ ਮਤਲਬ ਜਮਾਂ ਦੇ ਜਾਲ ਵਿੱਚ ਪੈ ਗਿਆ, ਆਤਮਕ ਮੌਤ ਦੀ ਫਾਹੀ ਵਿੱਚ ਫਸ ਗਿਆ। ਇਹ ਜਿੰਨੇ ਵੀ ਕਰਮ ਗਿਣੇ ਨੇ ਨਾ, ਤੀਰਥਾਂ ਤੇ ਨਹਾਉਣ ਵਾਲਾ, ਬਾਹਰੋਂ ਮਲ ਮਲ ਕੇ ਧੋਣ ਵਾਲਾ, ਪਰਬਤਾਂ ਦੀਆਂ ਗੁਫਾਵਾਂ ਦੇ ਵਿੱਚ ਵੜਨ ਵਾਲਾ, ਜੰਗਲਾਂ ਵਿੱਚ ਜਾਣ ਵਾਲਾ, ਜਾਂ ਕਾਪੜੀਆਂ ਵਾਲਾ, ਜਾਂ ਗੰਦੇ ਰਹਿਣ ਵਾਲਾ, ਇਹ ਸਾਰੇ ਕਰਮ ਕੀ ਨੇ? ਜਮਜਾਲ, ਜਮਾਂ ਦਾ ਜਾਲ, ਆਤਮਕ ਮੌਤ ਦਾ ਜਾਲ। ਇਹਨਾਂ ਕੰਮਾਂ ਵਿੱਚ ਬੰਦਾ ਆਤਮਕ ਮੌਤ ਤੇ ਮਰ ਜਾਂਦਾ ਹੈ, ਕਿਉਂਕਿ ਅੰਦਰ ਤੇ ਸਫਾਈ ਹੈ ਨਹੀਂ, ਅੰਦਰ ਤੇ ਪਾਪ ਵਿਕਾਰ ਭਰੇ ਪਏ ਨੇ। ਤਾਂ ਅੰਧਾ ਦਾ ਮਤਲਬ ਅਗਿਆਨੀ ਪੁਰਸ਼ ਐਸੇ ਕੰਮਾਂ ਦੇ ਵਿੱਚ ਪੈ ਕੇ ਆਤਮਕ ਮੌਤ ਸਹਿੜ ਲੈਂਦਾ ਹੈ, ਆਪਣੇ ਅੰਦਰੋਂ ਇਨਸਾਨੀਅਤ ਖਤਮ ਕਰ ਲੈਂਦਾ ਹੈ, ਖੁਸ਼ੀਆਂ ਖਤਮ ਕਰ ਲੈਂਦਾ ਹੈ, ਹਾਸਾ ਖੇਡਾ ਖਤਮ ਕਰ ਲੈਂਦਾ ਹੈ। ਤੇ ਕਰਦਾ ਕੀ ਹੈ? ਵਸਤ ਪਰਾਈ ਆਪਣੀ ਕਰ ਜਾਣੈ, ਹਉਮੈ ਵਿੱਚ ਦੁੱਖ ਕਾਲੇ। ਪਰਾਈ ਵਸਤੂ ਨੂੰ ਆਪਣੀ ਕਰਕੇ ਸਮਝਦਾ ਹੈ, ਬੇਗਾਨੇ ਹੱਕ ਖਾਂਦਾ ਹੈ। ਯਾਨੀ ਇੱਕ ਤੇ ਹੈ ਪਰਾਈਆਂ ਵਸਤੂਆਂ ਨੂੰ ਆਪਣੀਆਂ ਸਮਝਣਾ, ਬੇਗਾਨੇ ਹੱਕ ਖਾਣੇ, ਤੇ ਦੂਜਾ ਹੈ ਕਿ ਜਿਹੜੀਆਂ ਚੀਜ਼ਾਂ ਖਤਮ ਹੋ ਜਾਣ ਵਾਲੀਆਂ ਨੇ, ਇਹਨਾਂ ਨੂੰ ਸदैव ਹੀ ਸਮਝ ਲੈਂਦਾ ਵੀ ਸਦਾ ਰਹਿਣ ਵਾਲੀਆਂ ਨੇ, ਕਿ ਮੇਰਾ ਸਰੀਰ ਸਦਾ ਰਹਿਣਾ ਹੈ। ਸਦਾ ਕੁਛ ਵੀ ਨਹੀਂ ਰਹਿਣਾ ਇੱਥੇ, ਕੁਛ ਵੀ ਚੀਜ਼ ਸਦਾ ਰਹਿਣ ਵਾਲੀ ਨਹੀਂ, ਹਰ ਚੀਜ਼ ਬਦਲ ਰਹੀ ਹੈ, ਹਰ ਚੀਜ਼ ਨਾਸ਼ਮਾਨ ਹੈ, ਹਰ ਚੀਜ਼ ਹੌਲੇ ਹੌਲੇ ਮੁੱਕ ਜਾਂਦੀ ਹੈ, ਵਸਤੂਆਂ ਵੀ ਮੁੱਕ ਜਾਂਦੀਆਂ ਨੇ, ਬੰਦਾ ਆਪ ਵੀ ਮੁੱਕ ਜਾਂਦਾ। ਤਾਂ ਪਰਾਈਆਂ ਵਸਤੂਆਂ ਨੂੰ ਆਪਣੀਆਂ ਕਰਕੇ ਜਾਣਦਾ ਵੀ ਇਹ ਵੀ ਚੀਜ਼ ਮੇਰੇ ਕੋਲ ਹੋਵੇ। ਜੇ ਕੋਈ ਕਾਰ ਲੈ ਕੇ ਆਇਆ ਨਾ ਨਵੀਂ, ਬਾਹਰੋਂ ਭਾਵੇਂ ਵਧਾਈਆਂ ਦਿੰਦਾ ਹੈ ਬੰਦਾ, ਪਰ ਅੰਦਰੋਂ ਸੋਚਦਾ ਯਾਰ ਕਿਤੇ ਮੇਰੇ ਕੋਲ ਵੀ ਹੁੰਦੀ ਨਾ, ਸੋਚਦਾ ਹੀ ਹੈ ਨਾ ਬੰਦਾ। ਦੇਖੋ, ਕਾਰ ਚੰਗੀ ਲੈਣੀ, ਚੰਗਾ ਘਰ ਬਣਾਉਣਾ, ਇਹ ਹਰ ਇੱਕ ਦਾ ਹੱਕ ਔਰ ਫਰਜ਼ ਹੈ, ਲੇਕਿਨ ਈਰਖਾ ਦੇ ਨਾਲ ਕਿ ਦੂਜੇ ਕੋਲ ਨਹੀਂ, ਇਹ ਮੇਰੇ ਕੋਲ ਹੀ ਹੋਣੀ ਚਾਹੀਦੀ ਹੈ, ਬੇਗਾਨੀਆਂ ਚੀਜ਼ਾਂ ਨੂੰ ਆਪ ਕਬਜ਼ਾ ਕਰਨਾ, ਬੇਗਾਨੇ ਹੱਕ ਖਾਣੇ, ਇਹ ਚੰਗਾ ਨਹੀਂ। ਤਾਂ ਪਰਾਈਆਂ ਵਸਤੂਆਂ ਨੂੰ ਆਪਣੀਆਂ ਕਰਕੇ ਸਮਝਦਾ ਹੈ। ਹਉਮੈ ਵਿੱਚ ਦੁੱਖ ਕਾਲੇ, ਤੇ ਹਉਮੈ ਦੇ ਕਾਰਨ, ਹਉਮੈ ਦੇ ਅੰਦਰ ਈਗੋ ਦੇ ਕਾਰਨ ਦੁੱਖ ਕਾਲੇ ਦਾ ਮਤਲਬ ਦੁੱਖ ਕਮਾਈ ਜਾਂਦਾ ਹੈ, ਦੁੱਖ ਸਹਾਰਦਾ ਹੈ। ਦੁੱਖ ਕਾਲੇ ਦਾ ਮਤਲਬ ਦੁੱਖ ਸਹਾਰਦਾ ਹੈ, ਦੁੱਖ ਸਹਾਰਦਾ ਹੈ ਹਉਮੈ ਦੇ ਕਾਰਨ। ਹੁਣ ਜਿਹੜੇ ਕਰਮ ਕਰਨ ਵਾਲੇ ਨੇ ਨਾ, ਜਿਨ੍ਹਾਂ ਦੇ ਅੰਦਰ ਸਫਾਈ ਨਹੀਂ, ਕੇਵਲ ਤੀਰਥਾਂ ਤੇ ਨਹਾ ਰਹੇ ਨੇ, ਬਾਹਰੀ ਜਿਨ੍ਹਾਂ ਨੇ ਪੇਸ਼ ਬਣਾਇਆ ਹੋਇਆ ਹੈ, ਭੋਰਿਆਂ ਵਿੱਚ ਵੜੇ ਹੋਏ ਨੇ, ਜਾਂ ਹੋਰ ਐਸੇ ਕਰਮ ਕਰ ਰਹੇ ਨੇ, ਹੁਣ ਇਮਾਨਦਾਰੀ ਦੇ ਨਾਲ ਉਹਨਾਂ ਦੀ ਜ਼ਿੰਦਗੀ ਵੱਲ, ਉਹਨਾਂ ਦੇ ਵੱਲ ਝਾਤੀ ਮਾਰ ਕੇ ਵੇਖੋ ਕਿ ਹਰ ਬਾਬਾ ਚਾਹ ਰਿਹਾ ਦੂਜੇ ਨਾਲੋਂ ਮੇਰਾ ਡੇਰਾ ਵੱਡਾ ਹੋਵੇ, ਮੇਰੇ ਚੇਲੇ ਜ਼ਿਆਦੇ ਹੋਣ। ਈਰਖਾ ਤੁਸੀਂ ਸਪਸ਼ਟ ਵੇਖ ਸਕਦੇ ਹੋ। ਅੰਦਰੋਂ ਇਹ ਚੀਜ਼ਾਂ ਖਤਮ ਕਰਨੀਆਂ ਸੀ, ਪਰ ਧਰਮੀ ਜਿਹੜੇ ਅਖਵਾਨ ਵਾਲੇ ਲੋਕ ਨੇ, ਉਹਨਾਂ ਵਿੱਚ ਵੀ ਕਰਮ ਆ ਗਏ ਤਾਂ ਮਾੜੇ ਨਾ। ਵਸਤ ਪਰਾਈ ਆਪਣੀ ਕਰ ਜਾਣੈ, ਹਉਮੈ ਵਿੱਚ ਦੁੱਖ ਕਾਲੇ। ਤਾਂ ਹੁਣ ਇਹਦਾ ਸੋਲੂਸ਼ਨ ਕੀ ਹੈ? ਹਉਮੈ ਖਤਮ ਕਿਵੇਂ ਹੋਵੇ? ਅੰਦਰ ਦੀ ਮੈਂਟੈਲਿਟੀ ਜਿਹੜੀ ਸਾਡੀ ਸੋਚ ਸਾਫ਼ ਕਿਵੇਂ ਹੋਵੇ? ਉਹਦੇ ਵਾਸਤੇ ਸਾਧਨ ਕੀ ਹੈ? ਇਹ ਸਾਧਨ ਤੇ ਬੇਕਾਰ ਹੋ ਗਏ ਨਾ। ਸੋਨੇ ਦੀਆਂ ਗੁਫਾਵਾਂ ਭਾਵੇਂ ਹੋ ਜਾਣ, ਭਾਵੇਂ ਆਕਾਸ਼ ਵਿੱਚ ਉਲਟੇ ਲਟਕੇ ਰਹੋ, ਧਰਤੀ ਤੇ ਉਲਟੇ ਲਟਕੇ ਰਹੋ, ਮੈਲੇ ਕੱਪੜੇ ਪਾ ਲਓ, ਚੰਗੇ ਪਾ ਲਓ, ਤੀਰਥਾਂ ਤੇ ਨਹਾ ਲਓ, ਜੋ ਮਰਜ਼ੀ ਕੰਮ ਕਰ ਲਓ, ਇਹਨਾਂ ਨਾਲ ਤੇ ਮੈਂਟੈਲਿਟੀ ਸਾਫ਼ ਹੋਈ ਨਹੀਂ, ਪਰਾਏ ਹੱਕ ਖਾਣੇ ਛੁੱਟੇ ਨਹੀਂ, ਇਨਸਾਨੀਅਤ ਪੈਦਾ ਨਹੀਂ ਹੋਈ। ਤਾਂ ਹੁਣ ਫਿਰ ਕਰਨਾ ਕੀ ਚਾਹੀਦਾ ਹੈ? ਨਾਨਕ ਗੁਰਮੁਖ ਹਉਮੈ ਟੁੱਟੈ। ਗੁਰਮੁਖ ਦਾ ਮਤਲਬ ਹੈ ਜਦੋਂ ਬੰਦਾ ਗੁਰੂ ਦੇ ਸਨਮੁਖ ਹੁੰਦਾ ਹੈ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦਾ ਧਾਰਨੀ ਹੁੰਦਾ, ਉਦੋਂ ਹਉਮੈ ਖਤਮ ਹੁੰਦੀ। ਤਾਂ ਹਰ ਹਰ ਨਾਮ ਧਿਆਵੈ। ਨਾਮ ਦਾ ਮਤਲਬ ਹੁਕਮ, ਧਿਆਵੇ ਦਾ ਮਤਲਬ ਧਿਆਨ ਵਿੱਚ ਰੱਖਦਾ ਹੈ, ਰੱਬੀ ਗੁਣ ਗਾਉਂਦਾ ਹੈ। ਤਾਂ ਜੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਬੰਦਾ ਆਪਣੀ ਈਗੋ ਨੂੰ ਖਤਮ ਕਰ ਦੇਵੇ, ਤਾਂ ਉਹ ਬੰਦਾ ਜਿਹੜਾ ਹੈ, ਸਮਝ ਲਓ ਕਿ ਨਾਮ ਧਿਆ ਰਿਹਾ ਹੈ, ਰੱਬੀ ਹੁਕਮ ਵਿੱਚ ਤੁਰ ਰਿਹਾ ਹੈ, ਰੱਬੀ ਗੁਣਾਂ ਨੂੰ ਗਾ ਰਿਹਾ ਹੈ। ਉਹ ਬੰਦਾ ਰੱਬ ਦਾ ਪਿਆਰਾ ਹੈ, ਜੋ ਗੁਰੂ ਗਿਆਨ ਰਾਹੀਂ ਆਪਣੀ ਹਉਮੈ ਨੂੰ ਖਤਮ ਕਰਕੇ ਰੱਬੀ ਰਜਾ ਦੇ ਵਿੱਚ ਤੁਰਦਾ ਹੈ। ਤਾਂ ਸਮਝੋ ਵੀ ਉਹ ਨਾਮ ਧਿਆ ਰਿਹਾ ਹੈ, ਜਪ ਰਿਹਾ ਹੈ, ਜਾਂ ਭਗਤੀ ਕਰ ਰਿਹਾ ਹੈ। ਤਾਂ ਭਗਤੀ ਕੀ ਹੋਈ? ਭਗਤੀ ਹੋਈ ਗੁਰੂ ਗਿਆਨ ਮੁਤਾਬਕ ਆਪਣੀ ਈਗੋ ਨੂੰ ਖਤਮ ਕਰਕੇ ਰੱਬੀ ਰਜਾ ਦੇ ਵਿੱਚ ਤੁਰਨਾ। ਇਹ ਹੈ ਭਗਤੀ।
ਇਹ ਹੈ ਜ਼ਿੰਦਗੀ। ਇਹਦੇ ਨਾਲ ਸਾਡਾ ਜੀਵਨ ਸਫਲ ਹੋਏਗਾ, ਮੇਰ ਤੇਰ ਦੇ ਵਿਤਕਰੇ ਮਿਟਣਗੇ, ਸਮਾਜ ਚੰਗਾ ਬਣੇਗਾ, ਸਾਡਾ ਆਪਣਾ ਖੁਦ ਦਾ ਜੀਵਨ ਚੰਗਾ ਹੋਏਗਾ, ਪਰਿਵਾਰ ਚੰਗਾ ਹੋਏਗਾ, ਸੋਚ ਮਹਾਨ ਹੋਏਗੀ। ਤਾਂ ਇਹ ਸਾਰੇ ਜਿਹੜੇ ਕਰਮ ਕਾਂਡ ਨੇ ਇਹ ਮਨਮਤ ਵਾਲੇ ਨੇ, ਖੋਟੀ ਮਤ ਵਾਲੇ ਨੇ, ਹੋਛੀ ਮਤ ਵਾਲੇ ਨੇ। ਅਸਲ ਦੇ ਅੰਦਰ ਗੁਰੂ ਗਿਆਨ ਦੇ ਧਾਰਨੀ ਬਣ ਕੇ ਆਪਣੀ ਈਗੋ ਨੂੰ ਖਤਮ ਕਰਕੇ ਰੱਬੀ ਰਜ਼ਾ ਦੇ ਅੰਦਰ ਤੁਰਨਾ ਹੀ ਇੱਕ ਸਫਲ ਜੀਵਨ ਦੀ ਨਿਸ਼ਾਨੀ। ਨਾਮ ਜਪੇ ਨਾਮੋ ਆਰਾਧੇ, ਨਾਮੇ ਸੁਖ ਸਮਾਵੇ। ਇੱਥੇ ਸੁਖ ਦੇ ਖੱਖੇ ਨਾਲ ਸਿਹਾਰੀ ਹੈ, ਸੁਖ ਵਿੱਚ। ਸਮਾਵੇ ਦਾ ਮਤਲਬ ਸਮਾਇਆ ਰਹਿੰਦਾ ਹੈ, ਟਿਕਿਆ ਰਹਿੰਦਾ ਹੈ। ਨਾਮ ਜਪੇ, ਹੁਣ ਨਾਮ ਦਾ ਮਤਲਬ ਕੀ ਹੈ? ਜਦੋਂ ਤੁਸੀਂ ਬੋਲੋਗੇ ਨਾ ਮਿਊਟ ਰਹਿੰਦੇ ਹੋਏ ਤੇ ਮੈਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਬੋਲ ਰਹੇ ਹੋ। ਨਾਮ ਦਾ ਮਤਲਬ, ਬੋਲੋ ਸਾਰੇ ਆਪਣੇ ਆਪਣੇ ਤਾਂ। ਹੁਕਮ, ਨਾਮ ਦਾ ਮਤਲਬ ਹੁਕਮ, ਅਨਮਿਊਟ ਨਾ ਹੋਇਓ। ਨਾਮ ਦਾ ਮਤਲਬ ਹੁਕਮ। ਜਪੇ ਦਾ ਮਤਲਬ, ਜਪ ਦਾ ਮਤਲਬ ਹੁੰਦਾ ਹੈ ਜਾਣਨਾ। ਜਪੇ ਦਾ ਮਤਲਬ ਇਹ ਨਹੀਂ ਕਿ ਹੁਕਮ 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 ਕਰੀ ਜਾਓ। ਜਪੇ ਦਾ ਮਤਲਬ ਜਾਣਨਾ। ਨਾਮ ਜਪੇ, ਹੁਕਮ ਨੂੰ ਜਾਣੇ, ਹੁਕਮ ਨੂੰ ਸਮਝੇ, ਰੱਬੀ ਰਜ਼ਾ ਨੂੰ ਸਮਝੇ, ਭਾਣੇ ਨੂੰ ਸਮਝੇ। ਉਹ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਉਣ ਵਾਲਾ ਹੈ ਨਾ, ਉਹਦੀ ਨਿਸ਼ਾਨੀ ਦੱਸ ਰਹੇ ਨੇ। ਨਾਮ ਜਪੇ, ਉਹ ਹੁਕਮ ਨੂੰ ਜਾਣਦਾ ਹੈ, ਹੁਕਮ ਨੂੰ ਸਮਝਦਾ ਹੈ। ਨਾਮੋ ਆਰਾਧੇ, ਆਰਾਧੇ ਦਾ ਮਤਲਬ ਯਾਦ ਰੱਖਦਾ ਹੈ। ਉਹਦੀ ਯਾਦ ਦੇ ਅੰਦਰ ਇਹ ਚੀਜ਼ ਹਮੇਸ਼ਾ ਟਿਕੀ ਹੈ ਕਿ ਮੈਂ ਹੁਕਮ ਵਿੱਚ ਰਹਿਣਾ ਹੈ। ਹੁਕਮ ਨੂੰ ਹੀ ਉਹ ਯਾਦ ਰੱਖਦਾ ਹੈ। ਉਹਦੀ ਯਾਦ ਹੁਕਮ ਵਿੱਚ ਟਿਕੀ ਹੈ, ਹੁਕਮ ਉਹਦੀ ਯਾਦ ਵਿੱਚ ਟਿਕਿਆ ਹੈ। ਉਹਦੀ ਸੁਰਤ ਔਰ ਹੁਕਮ ਇੱਕ ਹੋ ਗਏ ਨੇ। ਨਾਮੇ, ਨਾਮੇ ਦਾ ਮਤਲਬ ਨਾਮ ਦੇ ਰਾਹੀਂ, ਹੁਕਮ ਦੇ ਰਾਹੀਂ। ਸੁਖ ਸਮਾਵੇ ਦਾ ਮਤਲਬ ਸੁਖ ਦੇ ਅੰਦਰ ਸਮਾ ਜਾਂਦਾ ਹੈ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਹ ਨਾਮ ਨੂੰ ਸਮਝਦਾ ਹੈ। ਜਪੇ ਦਾ ਮਤਲਬ ਜਾਣਨਾ, ਜਾਣਦਾ ਹੈ। ਨਾਮ ਨੂੰ, ਹੁਕਮ ਨੂੰ ਹੀ ਆਪਣੇ ਅੰਦਰ ਆਰਾਧਦਾ, ਯਾਦ ਰੱਖਦਾ ਹੈ। ਹੁਕਮ ਦੇ ਅੰਦਰ, ਨਾਮੇ ਦਾ ਮਤਲਬ ਹੁਕਮ ਦੇ, ਸੁਖ ਸਮਾਵੇ ਦਾ ਮਤਲਬ ਸੁਖ ਦੇ ਅੰਦਰ ਟਿਕ ਜਾਂਦਾ ਹੈ, ਸੁਖ ਦੇ ਅੰਦਰ ਸਮਾ ਜਾਂਦਾ ਹੈ। ਤਾਂ ਦੇਖੋ ਕਿੰਨਾ ਸੌਖਾ ਸਾਧਨ ਸਾਨੂੰ ਦੱਸਿਆ ਹੈ। ਯਾਨੀ ਕੋਈ ਤੁਹਾਨੂੰ ਪਹਾੜਾਂ ਤੇ ਚੜਨ ਦੀ ਲੋੜ ਨਹੀਂ, ਪੁੱਠੇ ਲਟਕਣ ਦੀ ਲੋੜ ਨਹੀਂ, ਰੁੱਖਾਂ ਨਾਲ ਲਟਕਣ ਦੀ ਲੋੜ ਨਹੀਂ, ਸ਼ੀਰ ਸ਼ਾਸਨ ਕਰਨ ਦੀ ਲੋੜ ਨਹੀਂ, ਗੰਦੇ ਕੱਪੜੇ ਪਾਉਣ ਦੀ ਲੋੜ ਨਹੀਂ, ਜੈਨੀਆਂ ਨਾਂਗੇ ਸਾਧਾਂ ਵਾਂਗੂ ਨੰਗੇ ਹੋਣ ਦੀ ਲੋੜ ਨਹੀਂ, ਕਾਪੜੀਆਂ ਵਾਂਗੂ ਸਾਰੇ ਤਨ ਨੂੰ ਕੱਪੜਿਆਂ ਦੇ ਨਾਲ ਵਲੇਟਣ ਦੀ ਜ਼ਰੂਰਤ ਨਹੀਂ, ਤੀਰਥਾਂ ਤੇ ਨਹਾਉਣ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ। ਗੁਰੂ ਗਿਆਨ ਦੇ ਧਾਰਨੀ ਹੋ ਕੇ ਹੁਕਮ ਵਿੱਚ ਤੁਰਨਾ ਹੈ, ਸਿਸਟਮ ਨੂੰ ਫੋਲੋ ਕਰਨਾ ਹੈ, ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ ਹੈ। ਸੁਖ ਦੇ ਅੰਦਰ ਸਮਾ ਜਾਵਾਂਗੇ ਜੇ ਸੁਖ ਦੇ ਅੰਦਰ ਬੰਦਾ ਸਮਾਉਣਾ ਚਾਹੁੰਦਾ ਹੈ। ਪਵੜੀ, ਇਹਨੂੰ ਪੌੜੀ ਨਹੀਂ ਪੜਨਾ, ਪਵੜੀ। ਕਾਇਆ ਹੰਸ ਸੰਜੋਗ ਮੇਲ ਮਿਲਾਇਆ। ਕਾਇਆ ਦਾ ਮਤਲਬ ਸਰੀਰ ਤੇ ਹੰਸ ਦਾ ਮਤਲਬ ਹੈ ਜੀਵ, ਜਿੰਦ, ਜਾਨ। ਹੁਣ ਸਾਡਾ ਸਰੀਰ ਹੈ ਤੇ ਇਹਦੇ ਅੰਦਰ ਜਾਨ ਹੈ, ਜਿੰਦ ਹੈ, ਐਨਰਜੀ ਹੈ। ਦੋ ਚੀਜ਼ਾਂ ਦਾ ਸੁਮੇਲ ਹੈ, ਮੈਟੀਰੀਅਲ ਔਰ ਐਨਰਜੀ। ਸਾਡਾ ਸਰੀਰ ਜਿਹੜਾ ਹੈ ਪੰਜਾਂ ਤੱਤਾਂ ਤੋਂ ਬਣਿਆ ਹੈ। ਅੱਗ ਹੈ, ਪਾਣੀ ਹੈ, ਹਵਾ ਹੈ, ਆਕਾਸ਼ ਹੈ। ਤਾਂ ਇਹਨਾਂ ਚੀਜ਼ਾਂ ਤੋਂ ਬਣਿਆ ਹੈ ਤੇ ਇਹਨਾਂ ਚੀਜ਼ਾਂ ਦੇ ਅੰਦਰ ਐਨਰਜੀ ਦਾ ਮਿਲਾਪ ਹੈ। ਹੁਣ ਮੇਲ ਮਿਲਾਇਆ ਦਾ ਮਤਲਬ ਜਿੰਦ ਦਾ ਔਰ ਸਰੀਰ ਦਾ ਮੇਲ ਮਿਲਾ ਦਿੱਤਾ। ਸਰੀਰ ਤੇ ਜਿੰਦ ਦਾ ਮੇਲ ਮਿਲਾ ਦਿੱਤਾ, ਇਕੱਠਾ ਕਰ ਦਿੱਤਾ, ਸਰੀਰ ਬਣਾ ਦਿੱਤਾ, ਜੀਵਨ ਦੇ ਦਿੱਤਾ। ਸਰੀਰ ਔਰ ਜਿੰਦ ਮਿਲਾ ਕੇ ਤਿੰਨ ਹੀ ਕੀਆ ਵਿਜੋਗ ਜਿਨ ਉਪਾਇਆ। ਵਿਜੋਗ ਦਾ ਮਤਲਬ ਵਿਛੋੜਾ। ਤਿੰਨ ਸ਼ਬਦ ਵੈਸੇ ਬਹੁਵਚਨੀ ਹੋਣਾ ਚਾਹੀਦਾ। ਜਦੋਂ ਤਿੰਨ ਦੇ ਨੰਨੇ ਨਾਲ ਸਿਹਾਰੀ ਹੋਵੇ ਤਾਂ ਉਦੋਂ ਇੱਕਵਚਨੀ ਸ਼ਬਦ ਹੁੰਦਾ ਹੈ। ਜਿਨ ਦੇ ਨੰਨੇ ਨਾਲ ਸਿਹਾਰੀ ਹੋਵੇ ਤਾਂ ਸ਼ਬਦ ਇੱਕਵਚਨੀ ਹੁੰਦਾ। ਜਿਵੇਂ ਜਿਨ ਉਪਾਇਆ, ਜਿਸ ਨੇ, ਇਹਦਾ ਮਤਲਬ ਜਿਨ੍ਹਾਂ ਨੇ ਨਹੀਂ ਹੈ, ਜਿਸ ਨੇ। ਤੇ ਇੱਥੇ ਤਿੰਨ ਸ਼ਬਦ ਬਹੁਵਚਨੀ ਨਹੀਂ ਹੈ, ਇੱਥੇ ਵੀ ਸਿੰਗੂਲਰ ਹੈ। ਤਿੰਨ ਦੇ ਨੰਨੇ ਦੀ ਸਿਹਾਰੀ ਕਿਉਂ ਹਟਾ ਦਿੱਤੀ ਹੈ? ਹੀ ਸ਼ਬਦ ਕਰਕੇ। ਹੀ ਸ਼ਬਦ ਜਿਹੜਾ ਹੈ ਸੰਬੰਧ ਕੀ ਆ ਗਿਆ ਹੈ। ਜਦੋਂ ਸੰਬੰਧ ਕੀ ਸ਼ਬਦ ਆਉਂਦਾ ਹੈ ਨਾ, ਤਾਂ ਉਦੋਂ ਇਸ ਤਿੰਨ ਦੀ ਜਿਹੜੀ ਹੈ ਜਾਂ ਜਿਨ ਦੀ ਸਿਹਾਰੀ ਹਟਾਈ ਜਾਂਦੀ ਹੈ। ਤਿੰਨ ਹੀ ਕੀਆ ਸੰਜੋਗ ਨਾ ਵਿਜੋਗ। ਤਿੰਨ ਹੀ ਕੀਆ ਵਿਜੋਗ। ਵਿਜੋਗ ਦਾ ਮਤਲਬ ਵਿਛੋੜਾ। ਇੱਥੇ ਵਿਜੋਗ ਦਾ ਮਤਲਬ ਵਿਛੋੜਾ, ਜਿੰਦ ਔਰ ਸਰੀਰ ਦਾ ਵਿਛੜ ਜਾਣਾ, ਮਰ ਜਾਣਾ। ਉਸ ਰੱਬ ਨੇ ਹੀ ਵਿਛੋੜਾ ਵੀ ਬਣਾਇਆ, ਮੌਤ ਵੀ ਬਣਾਈ ਹੈ। ਕਿਸਨੇ? ਜਿਨ ਉਪਾਇਆ, ਜਿਨ ਨੇ ਪੈਦਾ ਕੀਤਾ। ਹੁਣ ਜਿਸ ਹੁਕਮ ਦੇ ਅੰਦਰ ਸਰੀਰ ਪੈਦਾ ਹੋਇਆ ਨਾ,
उस हुक्म दे अंदर ही, सिस्टम दे अंदर ही इहदी मौत भी होनी है। हुक्म दे अंदर ही जन्म है, हुक्म दे अंदर जीवन है, हुक्म दे अंदर मौत है, हुक्म विच सुख ने, हुक्म विच दुख ने, हुक्म विच मान है, हुक्म विच अपमान है, सब कुछ सिस्टम दे अंदर चल रहा है। हुक्मे अंदर सब को, बाहर हुक्म ना कोई। ਤਾਂ जिसने पैदा किया है ਉਹਨੇ ਇਹਦੀ ਮੌਤ ਵੀ ਬਣਾਈ ਹੈ, ਯਾਨੀ ਸਿਸਟਮ ਦੇ ਅੰਦਰ ਜੀਵਨ ਵੀ ਹੈ, ਸਿਸਟਮ ਅੰਦਰ ਮੌਤ ਵੀ ਹੈ। ਪਰ ਬੰਦਾ ਕੀ ਕਰਦਾ ਹੈ? ਸਾਡੀ ਗਲਤੀ ਕਿੱਥੇ ਹੈ? ਮੂਰਖ ਭੋਗੇ ਭੋਗ ਦੁੱਖ ਸਬਾਇਆ। ਸਬਾਇਆ ਦਾ ਮਤਲਬ ਸਾਰੇ। ਜੇ ਇੱਕ ਦੁੱਖ ਦੀ ਗੱਲ ਹੁੰਦੀ ਖੱਖੇ ਥੱਲੇ ਔਂਕੜ ਆਣਾ ਸੀ। ਇੱਥੇ ਦੁੱਖ ਸਬਾਇਆ ਦਾ ਮਤਲਬ ਸਾਰੇ। ਦੁੱਖ ਬਹੁਵਚਨੀ ਸ਼ਬਦ ਹੈ। ਮੂਰਖ ਭੋਗੇ ਭੋਗ, ਜਿਹੜਾ ਮੂਰਖ ਬੰਦਾ ਹੈ ਨਾ, ਉਹ ਰੱਬੀ ਹੁਕਮ ਨੂੰ ਭੁਲਾ ਦਿੰਦਾ ਹੈ, ਰੱਬ ਨੂੰ ਭੁਲਾ ਦਿੰਦਾ ਹੈ, ਰੱਬੀ ਗੁਨਾਹ ਨੂੰ ਭੁਲਾ ਦਿੰਦਾ ਹੈ, ਤੇ ਭੋਗ ਭੋਗਦਾ ਹੈ, ਵਿਸ਼ੇ ਵਿਕਾਰ ਕਮਾਉਂਦਾ ਹੈ। ਜਿਵੇਂ ਆਪਾਂ ਰੋਜ਼ ਵਿਚਾਰ ਕਰਦੇ ਹਾਂ, ਅੱਖਾਂ ਨਾਲ ਮਾੜਾ ਵੇਖਦਾ ਹੈ, ਕੰਨਾਂ ਨਾਲ ਮਾੜਾ ਸੁਣਦਾ ਹੈ, ਜ਼ਬਾਨ ਨਾਲ ਮਾੜਾ ਬੋਲਦਾ ਹੈ, ਹੱਥਾਂ ਨਾਲ ਮਾੜੇ ਕੰਮ ਕਰਦਾ ਹੈ, ਪੈਰਾਂ ਨਾਲ ਮਾੜੇ ਪਾਸੇ ਜਾਂਦਾ ਹੈ, ਮਨ ਦੇ ਨਾਲ ਮਾੜਾ ਸੋਚਦਾ ਹੈ। ਐਸੇ ਵਿਸ਼ੇ ਵਿਕਾਰ ਕਮਾ ਰਿਹਾ ਹੈ। ਤੇ ਇਹ ਜਿਹੜੇ ਵਿਸ਼ੇ ਵਿਕਾਰ ਨੇ ਨਾ, ਹੁਕਮ ਦੇ ਨਾਲੋਂ ਟੁੱਟ ਕੇ ਸਿਸਟਮ ਤੋਂ ਜੋ ਉਲਟ ਕਰ ਰਿਹਾ ਹੈ, ਦੁੱਖ ਸਬਾਇਆ, ਇਹਦੇ ਸਾਰੇ ਦੁੱਖਾਂ ਦਾ ਕਾਰਨ ਇਹ। ਮੂਰਖ ਰੰਗ ਰਲੀਆਂ ਮੰਨਦਾ ਹੈ, ਔਰ ਰੰਗ ਰਲੀਆਂ ਕਰਕੇ ਸਾਰੇ ਕਸ਼ਟ ਉਠਾਉਂਦਾ ਹੈ, ਸਾਰੇ ਦੁੱਖ ਭੋਗਦਾ ਹੈ। ਹੁਣ ਸਾਡੇ ਦੁੱਖਾਂ ਦਾ ਕਾਰਨ ਕੀ ਹੋਇਆ? ਸਿਸਟਮ ਤੋਂ ਉਲਟ ਚੱਲਣਾ। ਤੁਸੀਂ ਇਹਨਾਂ ਚੀਜ਼ਾਂ ਨੂੰ ਨਾ ਸੌਖੇ ਢੰਗ ਦੇ ਨਾਲ ਸਮਝ ਲਈ ਪਰਿਵਾਰ ਵਿੱਚ ਵੇਖੋ। ਪਰਿਵਾਰ ਦੇ ਅੰਦਰ ਕੋਈ ਸਿਸਟਮ ਹੋਣਾ ਚਾਹੀਦਾ ਨਾ ਰਹਿਣ ਦਾ, ਸੁੱਖ ਦਾ, ਜਿਸ ਕਰਕੇ ਪਰਿਵਾਰ ਇਕੱਠੇ ਰਹਿਣ, ਪਰਿਵਾਰਾਂ ਵਿੱਚ ਸ਼ਾਂਤੀ ਰਹੇ। ਤਾਂ ਜੇ ਤੇ ਪਰਿਵਾਰ ਦੇ ਲੋਕ ਫੋਲੋ ਕਰ ਰਹੇ ਨੇ ਹੁਕਮ ਨੂੰ, ਸਿਸਟਮ ਨੂੰ, ਕਿਸੇ ਮਾਨ ਮਰਿਆਦਾ ਨੂੰ, ਤਾਂ ਉਹ ਪਰਿਵਾਰ ਸੁਖੀ ਹੈ, ਸ਼ਾਂਤ ਹੈ। ਤੇ ਜਿਸ ਘਰ ਪਰਿਵਾਰ ਦੇ ਅੰਦਰ ਸਿਸਟਮ ਨੂੰ ਫੋਲੋ ਨਹੀਂ ਕੀਤਾ ਜਾਂਦਾ, ਵੱਡਿਆਂ ਦਾ ਆਦਰ ਨਹੀਂ, ਹਮ ਉਮਰ ਨਾਲ ਪਿਆਰ ਨਹੀਂ, ਛੋਟਿਆਂ ਨਾਲ ਸਨੇਹ ਨਹੀਂ, ਇੱਕ ਦੂਜੇ ਦੇ ਨਾਲ ਵਿਸ਼ਵਾਸ ਨਹੀਂ, ਤਾਂ ਉਹ ਪਰਿਵਾਰ ਦੇ ਅੰਦਰ ਤੇ ਦੁੱਖ ਹੀ ਹੋਏਗਾ। ਦੁੱਖਾਂ ਦਾ ਕਾਰਨ ਕੀ ਹੈ? ਸਾਡੇ ਵਿਸ਼ੇ ਭੋਗ। ਦੇਖੋ, ਜੇ ਪੀਜੇ 버ਗਰ ਖਾਣ ਨਾਲ ਸੁੱਖ ਆਉਂਦਾ ਹੋਵੇ, ਪੈਸੇ ਨਾਲ ਸੁੱਖ ਆਉਂਦਾ ਹੋਵੇ, ਜਾਂ ਪ੍ਰਾਪਰਟੀ ਨਾਲ ਸੁੱਖ ਆਉਂਦਾ ਹੋਵੇ, ਤਾਂ ਫਿਰ ਜਿੰਨੇ ਵੀ ਅਮੀਰ ਲੋਕ ਨੇ ਉਹ ਤਾਂ ਸੁਖੀ ਹੋਣੇ ਚਾਹੀਦੇ ਨੇ। ਪਰ ਐਸਾ ਹੈ ਨਹੀਂ। ਤੇ ਜੇ ਪਦਾਰਥਾਂ ਦੇ ਘਾਟ ਕਰਕੇ ਦੁੱਖ ਹੋਵੇ ਤਾਂ ਸਾਰੇ ਗਰੀਬ ਦੁਖੀ ਹੋਣੇ ਚਾਹੀਦੇ ਨੇ। ਪਰ ਐਸਾ ਹੈ ਨਹੀਂ। ਸਾਰੇ ਗਰੀਬ ਦੁਖੀ ਨਹੀਂ ਹੁੰਦੇ, ਤੇ ਹਰ ਦੁਖੀ ਗਰੀਬ ਨਹੀਂ ਹੁੰਦਾ। ਹਰ ਸੁਖੀ ਅਮੀਰ ਨਹੀਂ ਹੁੰਦਾ, ਤੇ ਹਰ ਅਮੀਰ ਸੁਖੀ ਨਹੀਂ ਹੁੰਦਾ। ਖੁਸ਼ੀ ਜਿਹੜੀ ਹੈ, ਸੁੱਖ ਜਿਹੜਾ ਹੈ, ਉਹ ਹੈ ਸੋਚ ਕਰਕੇ। ਜੇ ਸੋਚ ਅਮੀਰ ਹੈ, ਜੇ ਸੋਚ ਵਿਸ਼ਾਲ ਹੈ, ਤਾਂ ਬੰਦਾ ਸੁਖੀ ਔਰ ਸ਼ਾਂਤ ਹੈ। ਤੇ ਜੇ ਸੋਚ ਨੀਵੀਂ ਹੈ ਨਾ, ਧਨ ਦੌਲਤ ਜਿੰਨਾ ਮਰਜ਼ੀ ਹੋਵੇ, ਬੰਦਾ ਦੁਖੀ ਹੋਏਗਾ। ਤਾਂ ਗੁਰੂ ਜੀ ਕਹਿੰਦੇ ਨੇ, ਬੰਦਾ ਰੱਬੀ ਹੁਕਮ ਨੂੰ ਛੱਡ ਕੇ ਸਾਰੇ ਭੋਗ ਵਿਸ਼ੇ ਵਿਲਾਸ ਭੋਗਦਾ ਹੈ, ਤੇ ਸਾਰੇ ਦੁੱਖ ਸਹਾਰਦਾ ਹੈ। ਸੁਖੋਂ ਉੱਠੇ ਰੋਗ ਪਾਪ ਕਮਾਇਆ। ਹੁਣ ਪਾਪ ਕਮਾ ਕੇ ਜਿਹੜੇ ਸੁਖ ਸਾਧਨ ਪੈਦਾ ਕਰਦਾ, ਉਹਨਾਂ ਤੋਂ ਹੀ ਰੋਗ ਪੈਦਾ ਹੋ ਜਾਂਦੇ ਨੇ। ਜਾਨੀ ਇਹਦੇ ਪਾਪ ਜਿਹੜੇ ਨੇ ਨਾ, ਉਹ ਦੁੱਖਾਂ ਦਾ ਕਾਰਨ ਨੇ, ਰੋਗਾਂ ਦਾ ਕਾਰਨ। ਪਾਪ ਜਿਹੜੇ ਨੇ ਰੋਗਾਂ ਦਾ ਕਾਰਨ ਨੇ। ਹੁਣ ਕਾਮ, ਕ੍ਰੋਧ, ਲੋਭ, ਹੰਕਾਰ, ਜੇ ਇਹਨਾਂ ਦੀ ਗਲਤ ਵਰਤੋਂ ਕਰੋਗੇ ਤੇ ਪਾਪ ਕਰਕੇ ਜੇ ਕੋਈ ਬੰਦੇ ਨੇ ਕੁਝ ਸ਼ੈ ਪ੍ਰਾਪਤ ਕਰ ਲਈ ਹੈ, ਤਾਂ ਉਹਦੇ ਦੁੱਖ ਦਾ ਕਾਰਨ ਬਣੇਗਾ। ਹੁਣ ਜੇ ਅਸੀਂ ਉਹਦੀ ਗੱਲ ਕਰੀਏ ਸਰਸੇ ਵਾਲੇ ਦੀ, ਤਾਂ ਕਿੰਨੇ ਸੁੱਖਾਂ ਦੇ ਸਾਧਨ ਸਨ ਉਹਦੇ ਇਕੱਠੇ ਕੀਤੇ। ਕਿੱਡੀ ਵੱਡੀ ਗੁਫਾ, ਸੋਨੇ ਦੇ ਥਾਲੀਆਂ ਵਿੱਚ, ਬਰਤਨਾਂ ਦੇ ਵਿੱਚ ਭੋਜਨ, ਕਿੰਨੇ ਹਜ਼ਾਰਾਂ ਲੋਕ ਅੱਗੇ ਖੜੇ ਹੁੰਦੇ ਸਨ ਨਮਸਕਾਰ ਕਰਨ ਲਈ। ਸੁੱਖ ਬਣਾਏ ਪਾਪ ਕਰਕੇ, ਤੇ ਉਹਦਾ ਰਿਜ਼ਲਟ। ਯਾਨੀ ਕੋਈ ਵੀ ਬੰਦਾ, ਕਿਸੇ ਦਾ ਨਾਮ ਲੈ ਲਓ, ਮੇਰੀ ਜ਼ਿੰਦਗੀ ਵੇਖ ਲਓ, ਆਪਣੀ ਵੇਖ ਲਓ, ਅੜੋਸੀਆਂ ਪੜੋਸੀਆਂ ਦੀ ਵੇਖ ਲਓ, ਚੌਗਿਰਦੇ, ਯਾਨੀ ਜਿਸ ਵੀ ਮਨੁੱਖ ਦੀ ਜ਼ਿੰਦਗੀ ਵਿੱਚ ਪਾਪ ਹੋਣਗੇ, ਉਹਦੇ ਜੀਵਨ ਦੇ ਅੰਦਰ ਦੁੱਖ ਪੈਦਾ ਹੋ ਜਾਣਗੇ, ਰੋਗ ਪੈਦਾ ਹੋ ਜਾਣਗੇ। ਜਿੰਨੇ ਵੀ ਈਰਖਾ ਹੈ, ਦਵੇਸ਼ ਹੈ, ਵੈਰ ਵਿਰੋਧ ਨੇ, ਇਹਨਾਂ ਕਰਕੇ ਜ਼ਿੰਦਗੀ ਵਿੱਚ ਰੋਗ ਹੈ, ਇਹਨਾਂ ਕਰਕੇ ਦੁੱਖ ਨੇ। ਜੇ ਪਰਿਵਾਰਾਂ ਵਿੱਚ ਜਾਂ ਸਮਾਜ ਵਿੱਚ ਦੁੱਖ ਨੇ, ਤਾਂ ਉਹਦਾ ਰੀਜ਼ਨ ਕੀ ਹੈ? ਪਾਪ। ਉਹਦਾ ਰੀਜ਼ਨ ਕੇਵਲ ਪਾਪ ਹੈ। ਜੇ ਅਸੀਂ ਇੰਡੀਆ ਦੀ ਗੱਲ ਕਰੀਏ, ਤਾਂ ਉੱਥੇ ਰਿਸ਼ਵਤਖੋਰੀ, ਚੋਰ ਬਜ਼ਾਰੀ, ਬਿਨਾਂ ਰਿਸ਼ਵਤ ਤੋਂ ਛੋਟਾ ਜਿਹਾ ਵੀ ਕੰਮ ਨਹੀਂ ਹੁੰਦਾ। ਤੇ ਜੇ ਅਗਲਾ ਨਾ ਮੰਗੇ, ਤੇ ਜਦੋਂ ਤੱਕ ਅਸੀਂ ਨਾ ਦੇ ਲਈਏ, ਸਾਡੀ ਤਸੱਲੀ ਨਹੀਂ ਹੁੰਦੀ ਵੀ ਇਹਨੇ ਪੈਸੇ ਨਹੀਂ ਲੈ, ਕੰਮ ਕਰੇਗਾ ਕਿ ਨਾ ਕਰੇਗਾ।
है ना, मतलब खून ਦੇ ਵਿੱਚ ਚੀਜ਼ਾਂ ਆ ਗਈਆਂ, ਸੋਚ ਦੇ ਅੰਦਰ ਇਹ ਚੀਜ਼ਾਂ ਆ ਗਈਆਂ। ਤੇ ਜਿਸ ਸੋਚ ਦੇ ਅੰਦਰ ਮਾੜੇ ਔਗਣ ਹੋਣਗੇ, ਪਾਪ ਹੋਣਗੇ, ਉੱਥੇ ਸੁੱਖ ਕਦੇ ਹੋ ਨਹੀਂ ਸਕਦਾ, ਉੱਥੇ ਰੋਗ ਪੈਦਾ ਹੋਣਗੇ। ਤਾਂ ਗੁਰੂ ਜੀ ਕਹਿੰਦੇ ਨੇ ਸੁੱਖਾਂ ਕਰਕੇ ਬੰਦਾ ਜੋ ਪਾਪ ਕਮਾਉਂਦਾ ਹੈ, ਉਹਨਾਂ ਕਰਕੇ ਇਹਦੀ ਜ਼ਿੰਦਗੀ ਵਿੱਚ ਰੋਗ ਔਰ ਦੁੱਖ ਪੈਦਾ ਹੋ ਜਾਂਦੇ ਨੇ। ਤੇ ਫਿਰ ਕੀ ਹੁੰਦਾ ਹੈ, ਹਰਖੋਂ ਸੋਗ ਵਿਜੋਗ ਉਪਾਏ ਖਪਾਇਆ। ਭੋਗਾਂ ਦੀ ਖੁਸ਼ੀ ਤੇ ਭੋਗਾਂ ਦੀ ਖੁਸ਼ੀ ਤੋਂ ਬਾਅਦ ਚਿੰਤਾ ਪੈਦਾ ਹੋ ਜਾਂਦੀ ਹੈ। ਹੁਣ ਅਸੀਂ ਕਈ ਸਾਰੇ ਸਰੀਰਕ ਰੋਗ ਸਹੇੜ ਲੈਣੇ ਨਾ, ਕੁਛ ਐਸੇ ਪਦਾਰਥ ਅਸੀਂ ਖਾਏ ਵਰਤੇ ਜਿਨ੍ਹਾਂ ਕਰਕੇ weight ਵੱਧ ਗਿਆ, ਜਾਂ ਸਿਹਤ ਦਾ ਖਿਆਲ ਰੱਖਣ ਨਾ ਕਰਕੇ ਸ਼ੂਗਰ ਹੋ ਗਈ, ਕੋਲੇਸਟ੍ਰੋਲ ਵਧਾ ਲਿਆ, ਬੀਪੀ ਹਾਈ ਹੋ ਗਿਆ, ਜਾਂ ਹੋਰ ਕੁਛ, ਤਾਂ ਉਹ ਫਿਰ ਖੁਸ਼ੀ ਨਾ ਰਹੀ, ਉਹਨਾਂ ਖੁਸ਼ੀਆਂ ਤੋਂ ਸੋਗ ਪੈਦਾ ਹੋ ਗਿਆ। ਜੇ ਪਾਪ ਨੇ ਨਾ, ਪਾਪ ਕਮਾਉਣ ਤੋਂ ਬਾਅਦ ਫਿਰ ਜ਼ਿੰਦਗੀ ਦੇ ਅੰਦਰ ਸੋਗ ਤਾਂ ਜ਼ਰੂਰ ਪੈਦਾ ਹੋਏਗਾ। ਮੰਨ ਲਓ ਤੁਸੀਂ ਕੋਈ ਬਹੁਤ ਗਲਤ ਕੰਮ ਕਰ ਦਿੱਤਾ, ਤੁਹਾਨੂੰ ਖੁਸ਼ੀ ਹੋਈ ਪਲ ਦੋ ਪਲ ਕੇ, ਕਿਸੇ ਨੂੰ ਕਤਲ ਕਰਕੇ ਖੁਸ਼ੀ ਹੁੰਦੀ ਹੋਏਗੀ ਬੰਦੇ ਨੂੰ, ਜਿਨੇ ਕਤਲ ਕੀਤਾ ਹੈ ਖੁਸ਼ੀ ਹੋਈ ਹੋਏਗੀ ਕਿ ਮੈਂ ਆਪਣਾ ਦੁਸ਼ਮਣ ਮਾਰ ਦਿੱਤਾ ਹੈ। ਲੇਕਿਨ ਮਾਰਦਿਆਂ ਸਾਰ ਅਗਲਾ ਭੈ ਸ਼ੁਰੂ ਹੋ ਜਾਣਾ ਹੈ ਕਿ ਹੁਣ ਜੇਲ੍ਹ 'ਚ ਜਾਣਾ ਪੈਣਾ ਹੈ। ਹੁਣ ਉਹ ਫਿਰ ਭੱਜਾ ਫਿਰਦਾ ਹੈ, ਪੁਲਿਸ ਤੋਂ ਲੁਕਦਾ ਫਿਰਦਾ ਹੈ, ਤੇ ਫੜੇ ਫਿਰ ਉਹਨੇ ਜਾਣਾ ਹੈ, ਆਖਿਰ ਜੇਲ੍ਹ ਦੇ ਵਿੱਚ ਜਾਏਗਾ। ਉਹ ਖੁਸ਼ੀ ਗਮੀ ਵਿੱਚ ਬਦਲ ਗਈ ਨਾ। ਜਿਹੜਾ ਮਾੜੀ ਸੋਚ ਦੇ ਨਾਲ ਕੀਤਾ ਹੋਇਆ ਕਰਮ ਹੈ, ਕੋਈ ਵੀ ਹੈ, ਜੇ ਮਾੜੀ ਸੋਚ ਦੇ ਨਾਲ ਖੁਸ਼ੀ ਵਾਸਤੇ ਵੀ ਕਰਮ ਕਰੋਗੇ, ਉਹ ਖੁਸ਼ੀ ਵੀ ਸੋਗ ਦੇ ਅੰਦਰ ਬਦਲ ਜਾਏਗੀ। ਤੇ ਵਿਜੋਗ ਦਾ ਮਤਲਬ ਉਹਨੇ ਵਿਜੋਗ ਵੀ ਉਹਦਾ ਵਿਛੋੜਾ ਹੋ ਜਾਣਾ, ਉਹ ਖੁਸ਼ੀ ਨੇ ਸਦਾ ਟਿਕੀ ਹੋਈ ਨਹੀਂ ਰਹਿਣਾ। ਹਾਂ, ਜੇ ਤੁਸੀਂ ਕਿਸੇ ਦੀ ਹੈਲਪ ਕੀਤੀ ਹੈ ਨਾ, ਕਿਸੇ ਡਿੱਗੇ ਨੂੰ ਉਠਾਇਆ ਹੈ, ਤੇ ਜਦੋਂ ਵੀ ਉਹਨੂੰ ਯਾਦ ਕਰੋਗੇ ਨਾ ਕਦੇ ਵੀ, ਤੇ ਤੁਹਾਨੂੰ ਖੁਸ਼ੀ ਹੋਏਗੀ ਕਿ ਯਾਰ ਉਦੋਂ ਮੈਂ ਉਸ ਡਿੱਗੇ ਨੂੰ ਉਠਾਇਆ ਸੀ, ਉਹ ਮੈਂ ਫਲਾਂ ਬੰਦੇ ਦੀ ਹੈਲਪ ਕੀਤੀ ਸੀ, ਫਲਾਂ ਮੈਂ ਚੰਗਾ ਕੰਮ ਕੀਤਾ ਸੀ, ਤੁਹਾਨੂੰ ਚਿੰਤਾ ਨਹੀਂ ਹੋਏਗੀ। ਪਰ ਜੇ ਕੋਈ ਮਾੜਾ ਕਰਮ ਕੀਤਾ ਨਾ, ਜਦੋਂ ਉਹ ਮਾੜਾ ਕਰਮ ਯਾਦ ਆਏਗਾ ਤਾਂ ਬੰਦੇ ਦੀ ਅੰਦਰੋਂ ਜ਼ਮੀਰ ਤਾਂ ਜਾਗਦੀ ਹੈ। ਅੱਜ ਮੈਂ ਇੱਕ ਨਿੱਕੀ ਜਿਹੀ ਸਟੋਰੀ ਸੁਣ ਰਿਹਾ ਸਾਂ, ਤੁਸੀਂ ਵੀ ਸੁਣੀ ਹੋਏਗੀ। ਕੋਈ ਪਿਤਾ ਹੈ ਤਾਂ ਉਹਨੇ ਆਪਣੀ ਬੇਟੀ ਨੂੰ ਕਿਹਾ ਕਿ ਬੇਟੀ, ਜੇ ਤੂੰ ਫਸਟ ਪੋਜੀਸ਼ਨ ਲੈਂਗੀ, ਚੰਗੇ ਨੰਬਰ, ਤਾਂ ਸ਼ਹਿਰ ਦੇ ਸਭ ਤੋਂ ਕੀਮਤੀ ਹੋਟਲ ਵਿੱਚ ਤੈਨੂੰ ਖਾਣਾ ਖਵਾਵਾਂ। ਤਾਂ ਉਹ ਨਿੱਕੀ ਜਿਹੀ ਬੱਚੀ ਨੇ ਬਹੁਤ ਮਿਹਨਤ ਕੀਤੀ ਤੇ ਫਸਟ ਪੋਜੀਸ਼ਨ ਲਈ। ਪਿਤਾ ਮਜ਼ਦੂਰ ਹੈ ਤੇ ਉਹ ਲੈ ਕੇ ਹੋਟਲ ਵਿੱਚ ਚਲਾ ਗਿਆ। ਤੇ ਬੱਚੀ ਕਹਿੰਦੀ ਹੈ ਕਿ ਬਾਪੂ, ਅਸੀਂ ਇਸ ਹੋਟਲ ਵਿੱਚ ਜਦੋਂ ਵੜਾਂਗੇ ਲੋਕ ਸਾਡਾ ਮਜ਼ਾਕ ਉਡਾਣਗੇ ਕਿ ਇਹ ਗਰੀਬ ਕਿੱਧਰ ਤੁਰੇ ਫਿਰਦੇ ਨੇ, 5 ਸਟਾਰ ਹੋਟਲ, ਸ਼ਹਿਰ ਦਾ ਸਭ ਤੋਂ ਕੀਮਤੀ ਹੋਟਲ, ਤੇ ਇਹ ਕਿੱਧਰ ਗਰੀਬ ਜੇ ਤੁਰੇ ਫਿਰਦੇ ਨੇ। ਕਹਿਣ ਲੱਗਾ ਬੇਟੀ, ਮਜ਼ਾਕ ਕਿਉਂ ਉਡਾਣਗੇ, ਅਸੀਂ ਪੈਸੇ ਦੇਣਾ, ਐਸਾ ਕਿਹੜਾ ਮੰਗ ਕੇ ਖਾਣਾ ਹੈ, ਤੇਰੇ ਨਾਲ ਵਾਅਦਾ ਕੀਤਾ ਸੀ ਤੈਨੂੰ ਸਭ ਤੋਂ ਅਮੀਰ ਹੋਟਲ ਵਿੱਚ ਰੋਟੀ ਖਵਾਵਾਂਗਾ। ਤਾਂ ਉਹ ਬੱਚੀ ਖੁਸ਼ੀ ਦੇ ਨਾਲ ਅੰਦਰ ਚਲੀ ਜਾਂਦੀ ਹੈ। ਅੰਦਰ ਜਾ ਕੇ ਉਹ ਬਹਿੰਦੇ ਨੇ, ਬਹਿਰਾ ਆਉਂਦਾ ਤੇ ਬਹਿਰਾ ਪੁੱਛਦਾ, ਤੇ ਉਹ ਬਹਿਰੇ ਨੂੰ ਪਿਤਾ ਕਹਿੰਦਾ ਵੀ, ਉਹ ਕਹਿੰਦਾ ਕੀ ਲੈਣਾ ਹੈ, ਹੁਣ ਕਦੀ ਹੋਟਲਾਂ ਵਿੱਚ ਗਏ ਨਹੀਂ, ਖਾਣਿਆਂ ਦਾ ਵੀ ਨਹੀਂ ਨਾ ਪਤਾ, ਤੇ ਉਹ ਆਰਡਰ ਦੇਖੋ ਕਿਵੇਂ ਦੇ ਰਿਹਾ। ਉਹ ਕਹਿੰਦਾ ਵੀ ਤੁਹਾਡੇ ਇਸ ਹੋਟਲ ਦੇ ਅੰਦਰ ਜੋ ਸਭ ਤੋਂ ਕੀਮਤੀ ਖਾਣਾ ਹੈ ਨਾ, ਉਹ ਮੇਰੀ ਬੱਚੀ ਵਾਸਤੇ ਪਰੋਸ ਦੇ। ਉਹ ਕਹਿੰਦਾ ਬੱਚੀ ਵਾਸਤੇ ਕਿਉਂ ਤੂੰ? ਕਹਿੰਦਾ ਮੇਰੇ ਕੋਲ ਪੈਸੇ ਨਹੀਂ, ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਅਸੀਂ ਦੋਵੇਂ ਖਾਣਾ ਖਾ ਸਕੀਏ। ਮੈਂ ਆਪਣੀ ਬੱਚੀ ਨਾਲ ਵਾਅਦਾ ਕੀਤਾ ਸੀ ਵੀ ਜੇ ਤੂੰ ਚੰਗੇ ਨੰਬਰ ਲਵੇਂਗੀ ਤਾਂ ਹੋਟਲ ਦੇ ਵਿੱਚ ਤੈਨੂੰ ਖਾਣਾ ਖਵਾਵਾਂਗਾ। ਇਹਨੇ ਫਸਟ ਪੋਜੀਸ਼ਨ ਲਈ ਤੇ ਬੱਚੀ ਕਹਿੰਦੀ ਮੈਂ 6ਵੀਂ ਚੋਂ ਪਹਿਲੇ ਨੰਬਰ ਤੇ ਆਈ ਹਾਂ, ਬੜੀ ਮਾਣ ਨਾਲ। ਬਹਿਰਾ ਖੁਸ਼ ਹੋਇਆ ਤੇ ਆਪਣੇ ਮਾਲਕ ਨੂੰ ਜਾ ਕੇ ਕਹਿੰਦਾ, ਮਾਲਕ, ਉਹ ਜਿਹੜੇ ਸਾਹਮਣੇ 2 ਬੰਦੇ ਬੈਠੇ ਨੇ ਨਾ, ਉਹ ਗਰੀਬ ਬੰਦਾ ਹੈ, ਮਜ਼ਦੂਰ ਆਦਮੀ ਹੈ, ਤੇ ਉਹਨਾਂ ਦੋਵਾਂ ਦੇ ਪੈਸੇ ਮੇਰੀ ਤਨਖਾਹ ਚੋਂ ਕੱਟ ਲਿਆ ਜੇ। ਉਹ ਕਹਿੰਦਾ ਕਿਉਂ? ਕਹਿੰਦਾ ਬੰਦਾ ਗਰੀਬ ਹੈ ਤੇ ਉਹ ਆਪਣੀ ਬੱਚੀ ਦੀ ਖੁਸ਼ੀ ਮਨਾਉਣੀ ਚਾਹ ਰਿਹਾ ਹੈ, ਤੇ ਉਹਨੇ ਵਾਅਦਾ ਕੀਤਾ ਸੀ ਕਿ ਮੈਂ ਸਭ ਤੋਂ ਅਮੀਰ ਹੋਟਲ ਵਿੱਚ ਤੈਨੂੰ ਰੋਟੀ ਖਵਾਵਾਂਗਾ। ਬੱਚੀ ਨੇ ਚੰਗੇ ਨੰਬਰ ਲਏ ਨੇ ਤੇ ਉਹਦੇ ਕੋਲ ਆਪਣਾ ਖਾਣਾ ਖਾਣ ਲਈ ਪੈਸਾ ਨਹੀਂ ਹੈ, ਇਸ ਲਈ ਮੈਂ ਚਾਹੁੰਦਾ ਕਿ ਉਹਨਾਂ ਦੋਵਾਂ ਦੇ ਪੈਸੇ ਮੈਂ ਦੇ ਦਿਆਂ ਤੇ ਖਾਣਾ ਦੋਵਾਂ ਨੂੰ। ਹੋਟਲ ਵਾਲਾ ਕਹਿੰਦਾ ਨਹੀਂ। ਉਹ ਕਹਿੰਦਾ ਨਹੀਂ, ਕਿਉਂ ਨਹੀਂ? ਪੈਸੇ ਉਹ ਦੇਣ ਦਾ ਮੈਂ ਦੇਣ ਫਰਕ ਕੀ ਪੈਂਦਾ ਹੈ? ਹੋਟਲ ਵਾਲਾ ਕਹਿੰਦਾ ਨਹੀਂ, ਤੂੰ ਨਹੀਂ ਪੈਸੇ ਦੇਵੇਂਗਾ, ਉਸ ਬੱਚੀ ਨੇ ਫਸਟ ਪੋਜੀਸ਼ਨ ਲਈ ਹੈ, ਇਸ ਕਰਕੇ ਉਹਦੀ ਪਾਰਟੀ ਅੱਜ ਹੋਟਲ ਵੱਲੋਂ ਸਾਡੇ ਵੱਲੋਂ ਹੋਏਗੀ, ਤੇ ਜਿੰਨੇ ਵੀ ਇਸ ਟਾਈਮ ਹੋਟਲ ਦੇ ਵਿੱਚ ਲੋਕ ਨੇ, ਕਸਟਮਰ ਨੇ, ਸਾਰਿਆਂ ਨੂੰ ਫ੍ਰੀ ਖਾਣਾ ਖਵਾਇਆ ਜਾਏਗਾ, ਪਾਰਟੀ ਦਿੱਤੀ ਜਾਏਗੀ ਸਾਡੇ ਵੱਲੋਂ। ਬਹਿਰਾ ਬੜਾ ਖੁਸ਼ ਹੁੰਦਾ ਹੈ ਤੇ ਆਖਿਰ ਅਨਾਉਂਸ ਕੀਤੀ ਜਾਂਦੀ ਹੈ ਉਸ ਬੱਚੀ ਨੂੰ ਖੜੀ ਕਰਕੇ ਕਿ ਇਸ ਬੱਚੀ ਨੇ ਫਸਟ ਪੋਜੀਸ਼ਨ ਲਈ ਹੈ,
इस करके इस बच्ची दी फर्स्ट पोजीशन लैन करके ਇਹਦੀ ਜਿਹੜੀ ਪਾਰਟੀ ਹੈ ਉਹ ਹੋਟਲ ਵੱਲੋਂ ਦਿੱਤੀ ਜਾ ਰਹੀ ਹੈ। ਜਿੰਨੇ ਵੀ ਤੁਸੀਂ ਹੋਟਲ ਦੇ ਵਿੱਚ ਆਏ ਹੋ, ਅੱਜ ਦਾ ਖਾਣਾ ਤੁਹਾਨੂੰ ਫ੍ਰੀ ਮਿਲੇਗਾ। ਪਾਰਟੀ ਇਸ ਬੱਚੀ, ਸਾਰੇ ਤਾੜੀ ਮਾਰ ਕੇ ਖੁਸ਼ ਹੁੰਦੇ ਨੇ। ਬਹਿਰਾ ਹੁੰਦਾ, ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਸ ਮੇਜ਼ ਤੇ ਆ ਜਾਓ। ਉਹਨਾਂ ਵਾਸਤੇ ਸਪੈਸ਼ਲ ਮੇਜ਼ ਲੈ, ਸਾਰੇ ਖਾਣਾ ਖਾਂਦੇ ਨੇ, ਹੋਟਲ ਵੱਲੋਂ ਪਾਰਟੀ ਹੁੰਦੀ ਹੈ। ਉਹ ਬੱਚੀ ਚਲੀ ਜਾਂਦੀ ਹੈ। 15 ਸਾਲ ਬਾਅਦ, ਇਹ ਘਟਨਾ ਤੋਂ 15 ਸਾਲ ਬਾਅਦ ਹੋਟਲ ਦੇ ਅੰਦਰ ਸ਼ਹਿਰ ਦੀ ਇੱਕ ਕਲੈਕਟਰ ਆਉਂਦੀ ਹੈ, ਡੀਸੀ ਆਉਂਦੀ ਹੈ, ਤੇ ਹੋਟਲ ਵਾਲੇ ਨੂੰ ਕਹਿੰਦੀ ਕਿ ਮੈਂ ਇਸ ਹੋਟਲ ਦੇ ਮਾਲਕ ਨੂੰ ਮਿਲਣਾ ਚਾਹੁੰਦੀ ਹਾਂ। ਤੇ ਹੋਟਲ ਦਾ ਜੋ ਅੱਗੇ ਖੜਾ ਹੁੰਦਾ ਹੈ, ਉਹਨੇ ਜਾ ਕੇ ਮਾਲਕ ਨੂੰ ਕਿਹਾ ਵੀ ਡੀਸੀ ਆਈ ਹੈ ਤੇ ਉਹ ਮਿਲਣਾ ਚਾਹੁੰਦੀ, ਸ਼ਾਇਦ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਜਾਂ ਕੀ ਜਾਂ ਕਿਸ ਤਰ੍ਹਾਂ। ਉਹ ਕਹਿੰਦਾ ਠੀਕ ਹੈ, ਉਹਨਾਂ ਨੂੰ ਲੈ ਆਓ। ਡੀਸੀ ਜਾਂਦੀ ਹੈ ਤੇ ਸਾਰੇ ਹੋਟਲ ਵਾਲੇ ਅੱਗੇ ਖੜੇ ਹੁੰਦੇ ਨੇ, ਮਾਲਕ ਵੀ ਖੜਾ ਹੁੰਦਾ ਹੈ। ਤੇ ਉਹ ਡੀਸੀ ਜਿਹੜੀ ਉਹ ਜਾ ਕੇ ਉਹਨੂੰ ਕਹਿੰਦੀ ਹੈ ਵੀ ਤੂੰ ਮੈਨੂੰ ਪਛਾਣਿਆ? ਕਹਿੰਦਾ ਹਾਂ ਪਛਾਣਿਆ ਜੀ, ਤੁਸੀਂ ਡੀਸੀ ਹੈਗੇ ਹੋ, ਪਛਾਣ ਲਿਆ ਮੈਂ। ਕਹਿੰਦੀ ਨਹੀਂ, ਅੱਜ ਤੋਂ 15 ਸਾਲ ਪਹਿਲਾਂ ਇੱਕ ਕੁੜੀ ਆਈ ਸੀ ਤੇ ਜਿਹੜੀ ਗਰੀਬ ਸੀ, ਜਿਨ੍ਹਾਂ ਦੇ ਕੋਲ ਖਾਣ ਵਾਸਤੇ ਪੈਸੇ ਨਹੀਂ ਸਨ, ਉਹਨੇ ਫਸਟ ਪੋਜੀਸ਼ਨ ਲਈ ਸੀ ਤੇ ਤੂੰ ਉਸ ਫਸਟ ਪੋਜੀਸ਼ਨ ਵਾਲੀ ਕੁੜੀ ਦੀ ਪਾਰਟੀ ਕੀਤੀ ਸੀ। ਉਹ ਕਹਿੰਦਾ ਹਾਂ ਮੈਨੂੰ ਥੋੜਾ ਜਿਹਾ ਯਾਦ ਆਇਆ, ਐਸਾ ਕੁਝ ਹੋਇਆ ਸੀ, ਕੀਤੀ ਸੀ, ਮੈਨੂੰ ਯਾਦ ਆ ਗਿਆ, ਕੀਤੀ ਸੀ। ਕਹਿੰਦੀ ਮੈਂ ਉਹੀ ਕੁੜੀ ਹਾਂ, ਮੈਂ ਉਹ ਕੁੜੀ ਹਾਂ ਤੇ ਮੈਂ ਤੇਰਾ ਧੰਨਵਾਦ ਕਰਨ ਵਾਸਤੇ ਆਈ ਹਾਂ, ਧੰਨਵਾਦ ਤੇਰਾ। ਉਹ ਕਹਿੰਦਾ ਬੇਟੀ ਧੰਨਵਾਦ ਤੇ ਤੇਰਾ ਹੈ ਕਿ ਤੂੰ ਮਿਹਨਤ ਕੀਤੀ। ਕਹਿਣ ਲੱਗੀ ਉਹ ਤਾਂ ਠੀਕ ਹੈ, ਪਰ ਤੂੰ ਮੈਨੂੰ ਉਤਸ਼ਾਹ ਦਿੱਤਾ। ਜੇ ਤੂੰ ਮੇਰਾ ਉਸ ਦਿਨ ਹੌਸਲਾ ਤੋੜਦਾ ਤਾਂ ਸ਼ਾਇਦ ਮੈਂ ਇਹ ਕੁਛ ਨਾ ਕਰ ਪਾਉਂਦੀ। ਮੈਨੂੰ ਹੌਸਲਾ ਮਿਲਿਆ ਤੇਰੀ ਉਸ ਪਾਰਟੀ ਵੱਲੋਂ ਤੇ ਮੈਂ ਫਿਰ ਆਪਣੇ ਮਨ ਦੇ ਅੰਦਰ ਇਹ ਸੋਚਿਆ ਸੀ ਕਿ ਮੈਂ ਕੁਛ ਕਰਕੇ ਵਿਖਾਵਾਂਗੀ, ਬੰਦਾ ਸਭ ਕੁਛ ਕਰ ਸਕਦਾ ਹੈ। ਦੇਖੋ ਇਹ ਹੈ ਖੁਸ਼ੀ, ਇੱਕ ਬੰਦੇ ਦਾ ਦਿੱਤਾ ਹੋਇਆ ਉਤਸ਼ਾਹ ਇੱਕ ਬੱਚੀ ਨੂੰ ਡੀਸੀ ਬਣਾ ਸਕਦਾ ਹੈ। ਉਹ ਖੁਸ਼ੀਆਂ ਕਦੇ ਫਿਰ ਖਤਮ ਨਹੀਂ ਹੁੰਦੀਆਂ। ਲੇਕਿਨ ਜੇ ਕਿਸੇ ਨੂੰ ਦੁੱਖ ਦਿੱਤਾ ਹੈ, ਇੱਕ ਪਲ ਭਰ ਦੀ ਤੇ ਖੁਸ਼ੀ ਹੋਏਗੀ, ਲੇਕਿਨ ਸਾਰੀ ਜ਼ਿੰਦਗੀ ਦਾ ਪਛਤਾਵਾ ਹੋਏਗਾ। ਇਸ ਲਈ ਹਰਖੋਂ ਸੋਗ ਵਿਜੋਗ, ਜਿਹੜੇ ਪਾਪ ਕਰਕੇ ਖੁਸ਼ੀਆਂ ਪੈਦਾ ਹੁੰਦੀਆਂ ਨੇ, ਉਹ ਖੁਸ਼ੀਆਂ ਸਦਾ ਨਹੀਂ ਰਹਿੰਦੀਆਂ, ਉਹਨਾਂ ਦਾ ਵਿਜੋਗ ਹੋ ਜਾਂਦਾ ਹੈ, ਦੁੱਖਾਂ ਵਿੱਚ ਬਦਲ ਜਾਂਦੀਆਂ ਨੇ। ਉਪਾਏ ਖਪਾਇਆ, ਉਪਾਏ ਦਾ ਮਤਲਬ ਪੈਦਾ ਹੋਣਾ ਤੇ ਖਪਾਇਆ ਦਾ ਮਤਲਬ ਮਰ ਜਾਣਾ। ਰੱਬ ਨੇ ਬੰਦੇ ਨੂੰ ਪੈਦਾ ਕੀਤਾ ਤੇ ਖਪਾ ਦਿੱਤਾ ਹੈ, ਯਾਨੀ ਬੰਦਾ ਜੰਮਦਾ ਹੈ ਔਰ ਮਰ ਜਾਂਦਾ ਹੈ। ਤੇ ਜ਼ਿੰਦਗੀ ਦੇ ਅੰਦਰ ਜੋ ਉਹ ਪਾਪ ਕਰਮ ਕਰਕੇ ਖੁਸ਼ੀਆਂ ਹਾਸਲ ਕਰਦਾ, ਉਹਦੀਆਂ ਖੁਸ਼ੀਆਂ ਸदैवी ਨਹੀਂ ਰਹਿੰਦੀਆਂ। ਇਸ ਲਈ ਜੇ ਅਸੀਂ ਜੀਵਨ ਦੇ ਅੰਦਰ ਸੱਚੀ ਖੁਸ਼ੀ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਜਿੰਨੇ ਵੀ ਵਿਖਾਵੇ ਦੇ ਕਰਮ ਨੇ, ਆਵਰਤਨ ਰਾਤੇ ਸਰਾਤ ਤੇ ਜਪ ਤਪ ਸੰਜਮ ਤੇ ਤਪੱਸਿਆ ਤੇ ਮਾਲਾ ਸ਼ਾਲਾ, ਇਹਨਾਂ ਸਾਰਿਆਂ ਨੂੰ ਛੱਡ ਕੇ ਰੱਬੀ ਰਜ਼ਾ ਵਿੱਚ ਤੁਰਨਾ ਚਾਹੀਦਾ ਹੈ। ਆਪਣੇ ਅੰਦਰ ਇਨਸਾਨੀਅਤ ਪੈਦਾ ਕਰਨੀ ਚਾਹੀਦੀ ਹੈ। ਕਿਸੇ ਦਾ ਸਹਿਯੋਗ ਕਰ ਸਕਦੇ ਹੋ ਤਾਂ ਤੁਸੀਂ ਕਿਸੇ ਦਾ ਸਹਿਯੋਗ ਕਰ ਸਕਦੇ ਹੋ ਤਾਂ ਕਰ ਦਿਓ, ਉਹਦਾ ਸਹਿਯੋਗ ਕਰ ਦਿਓ। ਇਹਦੇ ਵਿੱਚ ਸੱਚੀ ਖੁਸ਼ੀ ਮਿਲੇਗੀ। ਮੂਰਖ ਗਣਤ ਗਣਾਏ ਝਗੜਾ ਪਾਇਆ। ਗਣਤ ਗਣਾਏ ਦਾ ਮਤਲਬ ਲੇਖਾ ਲਿਖ ਕੇ, ਮੂਰਖ ਗਣਤ ਗਣਾਏ ਦਾ ਮਤਲਬ ਮੂਰਖਾਂ ਵਾਲੇ ਕੰਮ ਕਰ ਕਰਕੇ। ਮੂਰਖ ਗਣਤ ਗਣਾਏ, ਮੂਰਖਾਂ ਵਾਲੇ ਕੰਮ ਕਰ ਕਰਕੇ, ਕੁਕਰਮ। ਝਗੜਾ ਪਾਇਆ ਦਾ ਮਤਲਬ ਲੰਬਾ ਝੰਬੇਲਾ ਸਹਿੜ ਲੈਂਦਾ। ਮੂਰਖਾਂ ਵਾਲੇ ਕੰਮ ਕਿਹੜੇ ਨੇ? ਇੱਕ ਤਾਂ ਪਾਪ ਅਪਰਾਧ ਹੋ ਗਏ ਤੇ ਇੱਕ ਮੂਰਖਾਂ ਵਾਲੇ ਕੰਮ, ਜਿਹੜਾ ਸੋਨੇ ਦੀ ਭਾਵੇਂ ਗੁਫਾ ਦੇ ਵਿੱਚ ਵੜ ਜਾਓ, ਪਹਾੜ ਤੇ ਚੜ ਜਾਓ, ਉਲਟੇ ਲਟਕ ਜਾਓ, ਸੀਰ ਸ਼ਾਸਨ ਕਰ ਲਓ, ਤੀਰਥਾਂ ਤੇ ਨਹਾਉਂਦੇ ਫਿਰੋ, ਕਾਪੜੀਏ ਬਣ ਜਾਓ, ਨੰਗੇ ਸਾਧ ਬਣ ਜਾਓ, ਜਾਂ ਜੈਨੀਆਂ ਵਾਲੇ ਕਰਮ ਕਰ ਲਓ, ਜਪ ਤਪ ਸੰਜਮ ਕਰ ਲਓ, ਮਾਲਾ ਫੇਰ ਲਓ, ਪਾਣੀ ਵਿੱਚ ਖਲੋ ਜਾਓ। ਇਹ ਸਾਰੇ ਮੂਰਖਾਂ ਵਾਲੇ ਕੰਮ ਨੇ। ਮੂਰਖਾਂ ਵਾਲੇ ਕੰਮ ਕਰਕੇ ਬੰਦਾ ਜ਼ਿੰਦਗੀ ਦੇ ਅੰਦਰ ਝਗੜੇ ਪਾਉਂਦਾ ਹੈ। ਆਪਣੇ ਜੀਵਨ ਦੇ ਅੰਦਰ ਝਗੜੇ ਦਾ ਮਤਲਬ ਝੰਬੇਲਾ, ਲੰਬੇ ਝੰਬੇਲੇ ਸੇੜ ਲੈਂਦਾ, ਮਿਲਦਾ ਕੁਛ ਵੀ ਨਹੀਂ। ਲਟਕੇ ਰੋ ਉਲਟੇ। ਜੇ ਪੁੱਠੇ ਲਟਕਣ ਨਾਲ ਰੱਬ ਮਿਲਦਾ ਹੋਵੇ ਤੇ ਚਮਗਿੱਦੜ ਲਟਕਦੇ ਪੁੱਠੇ ਨੇ, ਫਿਰ ਤਾਂ ਰੱਬ ਚਮਗਿੱਦੜਾਂ ਦੇ ਅੱਗੇ ਪਿੱਛੇ ਪੀਜੇ ਲੈ ਕੇ ਤੁਰਿਆ ਫਿਰੇ। ਲਓ ਚਮਗਿੱਦੜ ਜੀ, ਅੱਜ ਤੁਸੀਂ ਪੀਜ਼ਾ ਖਾਓ, ਅੱਜ ਰਸਗੁੱਲੇ, ਅੱਜ ਗੁਲਾਬ ਜਾਮੁਨ, ਬਰਫੀ, ਸਮੋਸੇ, ਪਕੌੜੇ, ਚਮਚਮ। ਰੱਬ ਪੱਖੀ ਚੱਲਦਾ ਫਿਰੇ, ਫਿਰ ਤੇ ਚਮਗਿੱਦੜਾਂ ਨੂੰ ਲਟਕੇ ਹੀ ਪੁੱਠੇ ਰਹਿੰਦੇ ਨੇ। ਇਸ ਲਈ ਮੂਰਖ ਗਣਤ ਗਣਾਏ। ਗਣਤ ਗਣਾਏ ਦਾ ਮਤਲਬ ਲੇਖਾ ਜੋਖਾ। ਮੂਰਖਾਂ ਵਾਲੇ ਕੰਮ ਕਰਕੇ, ਇੱਕ ਤਾਂ ਧਰਮ ਦੇ ਨਾਮ ਤੇ ਜੋ ਆ ਪਖੰਡ ਨੇ, ਉਹ ਮੂਰਖਾਂ ਵਾਲੇ ਕਰਮ,
ਤੇ ਦੂਜਾ ਮੂਰਖਾਂ ਵਾਲੇ ਕੰਮ ਜਿਹੜੇ ਨੇ ਪਾਪ, ਅਪਰਾਧ, ਈਰਸ਼ਾ, ਦਵੇਸ਼, ਵੈਰ ਵਿਰੋਧ, ਬੇਗਾਨੇ ਹੱਕ ਖਾਣੇ, ਹੰਕਾਰ ਕਰਕੇ ਦੂਜਿਆਂ ਨੂੰ ਨੀਵਾਂ ਖਾਣਾ, ਬੰਦਾ ਲੰਬਾ ਝੰਬੇਲਾ ਆਪਣੀ ਜ਼ਿੰਦਗੀ ਦੇ ਅੰਦਰ ਗੋਰਖ ਧੰਦਾ ਸਹਿੜ ਲੈਂਦਾ। ਤਾਂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਜੇ ਲੰਬਾ ਝੰਬੇਲਾ ਜੇ ਗਲ 'ਚ ਕਿਰੇ ਪਾ ਬੈਠੇ ਆ, ਇਹ ਝੰਬੇਲੇ ਨੂੰ ਲਾਹੀਏ ਕਿਵੇਂ, ਇਹਨੂੰ ਲਾ ਕੇ ਪਰਾਂ ਕਿਵੇਂ ਸੁੱਥੀਏ, ਇਹਦੇ ਤੋਂ ਨਿਬੇੜਾ ਕਿਵੇਂ ਹੋਵੇ। ਤਾਂ ਸਤਿਗੁਰ ਸਾਧਨ ਦੱਸ ਰਹੇ ਨੇ, ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ। ਹੱਥ ਦੇ ਥੱਥੇ ਨਾਲ ਸਿਹਾਰੀ ਹੱਥ ਵਿੱਚ, ਤੇ ਸਤਿਗੁਰ ਦੇ ਰਾਰੇ ਥੱਲੇ ਔਂਕੜ ਨਹੀਂ ਹੈ। ਇੱਥੇ ਦਾ ਸ਼ਬਦ ਜਿਹੜਾ ਨਾ ਉਹ ਸਾਈਲੈਂਟ ਹੈ। ਸਤਿਗੁਰ ਹੱਥ ਨਿਬੇੜ, ਸਤਿਗੁਰ ਦੇ ਹੱਥ ਵਿੱਚ ਇਸ ਤਾਕਤ ਨੂੰ ਨਿਬੇੜਨਾ, ਗੇੜ ਨੂੰ ਮੁਕਾਣਾ, ਇਹਦਾ ਨਿਬੇੜਾ ਕਰਨਾ ਸਤਿਗੁਰ ਦੇ ਹੱਥ ਵਿੱਚ ਹੈ। ਯਾਨੀ ਗੁਰੂ ਦੇ ਗਿਆਨ ਦੇ ਅੰਦਰ ਸ਼ਕਤੀ ਹੈ। ਜੇ ਗੁਰੂ ਦੇ ਗਿਆਨ ਅਨੁਸਾਰ ਜ਼ਿੰਦਗੀ ਜੀਵੋ ਤਾਂ ਝਗੜ ਚੁਕਾਇਆ ਇਹ ਝੰਬੇਲਾ ਮੁੱਕ ਜਾਂਦਾ ਹੈ। ਇਹ ਝੰਬੇਲੇ ਜਿਹੜੇ ਨੇ ਫਿਰ ਮੁੱਕ ਜਾਂਦੇ ਨੇ ਪਾਪ ਕਰਮਾਂ ਵਾਲੇ, ਔਰ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਆ ਜਾਂਦੀ ਹੈ। ਇਹ ਵਿਕਾਰਾਂ ਵਾਲੇ, ਪਾਪਾਂ ਵਾਲੇ, ਅਪਰਾਧਾਂ ਵਾਲੇ, ਦੁੱਖਾਂ ਵਾਲੇ ਝਗੜਿਆਂ ਨੂੰ ਨਿਬੇੜਨ ਦਾ ਜਿਹੜਾ, ਝੰਬੇਲਿਆਂ ਨੂੰ ਨਿਬੇੜਨ ਦਾ ਬਲ ਹੈ, ਉਹ ਸਤਿਗੁਰੂ ਦੇ ਹੱਥ ਵਿੱਚ ਹੈ। ਸਤਿਗੁਰੂ ਦੇ ਹੱਥ ਵਿੱਚ ਮਤਲਬ ਗੁਰੂ ਦੇ ਗਿਆਨ ਵਿੱਚ। ਜੇ ਗੁਰੂ ਦੇ ਗਿਆਨ ਰਾਹੀਂ ਅਸੀਂ ਜ਼ਿੰਦਗੀ ਜੀਵੀਏ, ਜੋ ਵੇ ਆਫ ਲਾਈਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਦੇ ਰਹੇ ਨੇ, ਜੇ ਉਸ ਵੇ ਆਫ ਲਾਈਫ ਨੂੰ ਅਪਣਾ ਲਈਏ ਤਾਂ ਸਾਡੇ ਸਾਰੇ ਝੰਬੇਲੇ ਖਤਮ ਹੋ ਜਾਣਗੇ। ਫਿਰ ਜਿੰਨੇ ਵੀ ਵਾਦ ਵਿਵਾਦ ਨੇ ਸਭ ਖਤਮ ਹੋ ਜਾਣਗੇ, ਪਾਪ ਅਪਰਾਧ ਖਤਮ ਹੋ ਜਾਣਗੇ। ਫਿਰ ਆ ਜਿਹੜੇ ਮਾਲਾ ਫੇਰਨੀਆਂ ਤੇ ਦਸਮ ਦੁਆਰ ਵਿੱਚ ਪ੍ਰਾਨ ਚੜਾਣੇ ਤੇ ਬਾਬਿਆਂ ਤੋਂ ਪੁੱਛਦੇ ਫਿਰਨਾ ਵੀ ਰੱਬ ਕਿਵੇਂ ਮਿਲੇਗਾ ਤੇ ਪੁੱਤਰ ਸੇਬਾਂ ਨਾਲ ਬੱਚੇ ਹੋਣੇ, ਸਾਰੇ ਝਗੜੇ ਖਤਮ ਹੋ ਜਾਣਗੇ, ਝੰਬੇਲੇ ਹੀ ਮੁੱਕ ਜਾਣਗੇ। ਸਿੱਧੇ ਰਾਸਤੇ ਦੇ ਉੱਤੇ ਚੱਲੋਗੇ, ਚਾਰ ਚੁਫੇਰੇ ਪ੍ਰਭੂ ਦੇ ਦੀਦਾਰ ਹੋਣਗੇ, ਜ਼ਿੰਦਗੀ ਅੰਦਰ ਸੁਖ ਸ਼ਾਂਤੀ ਹੋਏਗੀ, ਵਿਕਾਰਾਂ ਤੋਂ, ਪਾਪਾਂ ਤੋਂ, ਅਪਰਾਧਾਂ ਤੋਂ ਖਲਾਸੀ ਹੋ ਜਾਏਗੀ। ਕਰਤਾ ਕਰੇ ਸੋ ਹੋਗ, ਨਾ ਚੱਲੇ ਚਲਾਇਆ। ਕਰਤਾ ਦਾ ਮਤਲਬ ਰੱਬ ਕਰੇ ਸੋ ਹੋਗ, ਜੋ ਰੱਬ ਕਰਦਾ ਹੈ ਉਹ ਹੁੰਦਾ ਹੈ। ਨਾ ਚੱਲੇ ਚਲਾਇਆ ਦਾ ਮਤਲਬ ਸਾਡੀ ਕੋਈ ਸਿਆਣਪ ਨਹੀਂ ਚੱਲਦੀ, ਬੰਦੇ ਦੀ ਕੋਈ ਸਿਆਣਪ ਨਹੀਂ ਚੱਲਦੀ, ਇਨਸਾਨ ਦੇ ਹਟਾਉਣ ਦੇ ਨਾਲ ਕੁਝ ਹਟਦਾ ਨਹੀਂ, ਕੋਈ ਸਿਆਣਪ ਨਹੀਂ ਚੱਲਦੀ। ਸਾਡੇ ਚਲਾਇਆ ਇਹ ਦੁਨੀਆ ਨਹੀਂ ਚੱਲਦੀ। ਜੋ ਕਰਤਾ ਕਰ ਰਿਹਾ ਹੈ ਉਹ ਹੋਏਗਾ, ਬੰਦੇ ਦੀ ਸਿਆਣਪ ਨਹੀਂ ਚੱਲਣੀ। ਸਿਆਣਪ ਦਾ ਮਤਲਬ ਚਲਾਕੀ, ਕੋਈ ਚਲਾਕੀ ਨਹੀਂ ਚੱਲਣੀ। ਤਾਂ ਇਹ ਚੀਜ਼ ਸਮਝਣ ਵਾਲੀ ਕਿ ਜੋ ਕੁਝ ਕਰਤਾ ਕਰਦਾ ਹੈ ਉਹ ਹੀ ਹੁੰਦਾ ਹੈ। ਉਹ ਹੁੰਦਾ ਦਾ ਮਤਲਬ ਜੋ ਕੁਝ ਵੀ ਹੋ ਰਿਹਾ ਹੈ ਉਹ ਰੱਬੀ ਰਜ਼ਾ ਵਿੱਚ, ਲਾ ਆਫ ਨੇਚਰ ਮੁਤਾਬਕ, ਨਿਯਮਾਵਲੀ ਜੋ ਕੁਦਰਤ ਦੀ ਹੈ ਉਹਦੇ ਅੰਦਰ ਹੋ ਰਿਹਾ ਹੈ, ਸਿਸਟਮ ਵਿੱਚ ਹੋ ਰਿਹਾ ਹੈ ਸਾਰਾ ਕੁਝ। ਹੁਣ ਕਣਕ ਬੀਜਿਆ ਕਣਕ ਪੈਦਾ ਹੋਏਗੀ, ਇਹ ਨਿਯਮ ਹੈ ਨਾ। ਤੇ ਕਣਕ ਬੀਜ ਕੇ ਜੌਂ ਨਹੀਂ ਪੈਦਾ ਕੀਤੇ ਜਾ ਸਕਦੇ, ਕਣਕ ਚੋਂ ਕਣਕ ਹੀ ਪੈਦਾ ਹੋਏਗੀ। ਆਕਸੀਜਨ ਨਾਲ, ਹਵਾ ਨਾਲ ਅਸੀਂ ਜਿੰਦਾ ਆ ਨਾ, ਆਕਸੀਜਨ ਨਾਲ, ਤਾਂ ਅਸੀਂ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਰਹਿਣਾ ਚਾਹੀਏ ਤਾਂ ਨਹੀਂ ਰਹਿ ਸਕਾਂਗੇ। ਅਸੀਂ ਧਰਤੀ ਦੇ ਉੱਤੇ ਆਰਾਮ ਦੇ ਨਾਲ ਜ਼ਿੰਦਗੀ ਜੀ ਰਹੇ ਹਾਂ। ਜੇ ਅਸੀਂ ਪਾਣੀ ਵਿੱਚ ਡੱਡੂਆਂ ਮੱਛੀਆਂ ਦੀ ਤਰ੍ਹਾਂ ਰਹਿਣਾ ਚਾਹੀਏ ਕਿ ਕੱਲ ਤੋਂ ਸਮੁੰਦਰ ਵਿੱਚ ਰਵਾਂਗੇ ਤਾਂ ਨਹੀਂ ਰਹਿ ਸਕਾਂਗੇ। ਜੇ ਕੋਈ ਐਸਾ ਕਰੇਗਾ ਤੇ ਡੁੱਬ ਕੇ ਮਰੇਗਾ, ਨਹੀਂ ਨਾ ਹੋ ਸਕਦਾ ਕੁਝ ਵੀ। ਸਿਸਟਮ ਤੋਂ ਉਲਟ ਕਿਵੇਂ ਹੋ ਜਾਏਗਾ, ਕੁਝ ਵੀ ਨਹੀਂ ਹੋਣਾ। ਇਸ ਲਈ ਸਿਸਟਮ ਦੇ ਅੰਦਰ ਚੱਲਣਾ ਹੋਵੇਗਾ। ਔਰ ਜਿਨ੍ਹਾਂ ਲੋਕਾਂ ਨੇ ਸਿਸਟਮ ਨੂੰ ਸਮਝਿਆ ਨਾ, ਰੱਬੀ ਹੁਕਮ ਨੂੰ ਸਮਝਿਆ ਹੈ, ਉਹਨਾਂ ਨੇ ਦੁਨੀਆ ਨੂੰ ਇੱਕ ਨਵੀਂ ਸੋਚ ਦਿੱਤੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਸਾਹਿਬਾਨ, ਭਗਤ ਜਨ, ਬਾਣੀਕਾਰ, ਭੱਟ ਜਨ, ਜਿਨ੍ਹਾਂ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ, ਉਹਨਾਂ ਨੇ ਸਮਝਿਆ ਨਾ ਸਿਸਟਮ ਨੂੰ, ਹੁਕਮ ਨੂੰ, ਤਾਂ ਕਿੰਨੀ ਵੱਡੀ ਸੋਚ ਦਿੱਤੀ ਹੈ, ਨਵੀਂ ਸੋਚ ਦਿੱਤੀ ਹੈ। ਤੇ ਜਿਨ੍ਹਾਂ ਨੇ ਸਾਇੰਸ ਦੀ ਦੁਨੀਆ ਵਿੱਚ ਇਸ ਚੀਜ਼ ਨੂੰ ਸਮਝਿਆ ਹੈ, ਸਿਸਟਮ ਨੂੰ ਸਮਝਣ ਦਾ ਯਤਨ ਕੀਤਾ ਨਾ ਬੰਦੇ ਨੇ, ਤਾਂ ਦੇਖੋ ਸਿਸਟਮ ਨੂੰ ਸਮਝ ਕੇ ਕੀ ਕੁਝ ਪਾਇਆ ਹੈ। ਮੂਰਖਾਂ ਵਾਲੇ ਕੰਮ ਨਹੀਂ ਕੀਤੇ, ਸਿਸਟਮ ਨੂੰ ਸਮਝਿਆ। ਤਾਂ ਕਦੇ ਸਮਾਂ ਸੀ ਕਿ ਅਸੀਂ ਪਸ਼ੂਆਂ ਦੀ ਤਰ੍ਹਾਂ ਚਾਰਾਂ ਪੈਰਾਂ ਨਾਲ ਹੀ ਤੁਰਦੇ ਸਾਂ, ਹੱਥ ਵੀ ਪੈਰਾਂ ਵਾਲਾ ਕੰਮ ਹੀ ਸੀ। ਲੇਕਿਨ ਹੌਲੇ ਹੌਲੇ ਬੰਦੇ ਨੇ ਪੈਰਾਂ ਦੇ ਨਾਲ ਤੁਰਨਾ ਸਿੱਖ ਲਿਆ, ਦੋ ਪੈਰਾਂ ਤੇ ਖੜਾ ਹੋਣਾ ਸ਼ੁਰੂ ਹੋ ਗਿਆ। ਇਹਨਾਂ ਜਿਹੜੇ ਅਗਲੇ ਪੈਰ ਸਨ, ਇਹਨਾਂ ਨਾਲ ਇਹਨੇ ਹੱਥਾਂ ਵਾਲਾ ਕੰਮ ਲੈਣਾ ਸ਼ੁਰੂ ਕੀਤਾ। ਹੌਲੇ ਹੌਲੇ ਇਹਦਾ ਵਿਕਾਸ ਹੋਇਆ। ਜੰਗਲੀ ਜਾਨਵਰਾਂ ਤੋਂ ਇਹ ਡਰਦਾ ਸੀ, ਜਾਨਵਰਾਂ ਦੀ ਤਰ੍ਹਾਂ ਹੀ ਰਹਿੰਦਾ ਸੀ, ਬੋਲ ਨਹੀਂ ਸੀ ਸਕਦਾ ਕਿਉਂਕਿ ਹਾਲੇ ਸ਼ਬਦਾਵਲੀ ਹੈ ਨਹੀਂ ਸੀ, ਭਾਸ਼ਾ ਹੈ ਨਹੀਂ ਸੀ। ਗੁਫਾਵਾਂ ਦੇ ਵਿੱਚ ਵੜ ਕੇ ਰਹਿਣਾ ਜਾਂ ਕਿਤੇ ਰੁੱਖਾਂ ਦਰਖਤਾਂ ਥੱਲੇ ਰਹਿਣਾ। ਹੌਲੇ ਹੌਲੇ ਇਹਦੇ ਦਿਮਾਗ ਦਾ ਵਿਕਾਸ ਹੋਇਆ
ਇਹਨੇ ਅੱਗ ਦੀ ਖੋਜ ਕਰ ਲਈ। ਇਹ ਕੱਚਾ ਮਾਸ ਖਾਂਦਾ ਸੀ, ਇਹਨੇ ਮਾਸ ਭੁੰਨ ਕੇ ਖਾਣ ਦੀ ਦਾਤ ਸਿੱਖ ਲਈ। ਨੂੰ ਪਤਾ ਲੱਗ ਗਿਆ ਵੀ ਐਵੇਂ ਥੋੜਾ ਸਵਾਦ ਵੀ ਹੋ ਜਾਂਦਾ ਹੈ ਤੇ ਨਾਲ ਥੋੜਾ ਜਿਹਾ ਨਰਮ ਵੀ ਹੋ ਜਾਂਦਾ ਹੈ, ਪਚਣਾ ਵੀ ਸੌਖਾ ਹੋ ਜਾਂਦਾ ਹੈ। ਫਿਰ ਹੌਲੇ ਹੌਲੇ ਇਹਨੇ ਫਸਲ ਉਗਾਣੇ ਸਿੱਖ ਲਏ, ਇਹਨੇ ਝੌਂਪੜੀਆਂ ਬਣਾਉਣੀਆਂ ਸਿੱਖ ਲਈਆਂ, ਕਬੀਲੇ ਬਣ ਗਏ। ਫਿਰ ਇਹਨੇ ਬੋਲਣਾ ਸਿੱਖ ਲਿਆ, ਫਿਰ ਇਹਨੇ ਨਾਮ ਰੱਖ ਲਏ ਰੁੱਖਾਂ ਦਰਖਤਾਂ ਦੇ, ਬੰਦਿਆਂ ਦੇ, ਇਸਤਰੀਆਂ ਪੁਰਸ਼ਾਂ ਦੇ, ਆਕਾਸ਼ ਤੇ। ਹੌਲੇ ਹੌਲੇ ਇਹਨੇ ਪਿੰਡ ਵਸਾ ਲਏ, ਹੌਲੇ ਹੌਲੇ ਇਹਨੇ ਗੱਡੇ ਬਣਾ ਲਏ ਤੇ ਹੌਲੇ ਹੌਲੇ ਸਿੱਖ ਦਾ ਸਿਸਟਮ ਨੂੰ ਸਮਝਦਾ ਅੱਜ ਇਲੈਕਟ੍ਰੋਨਿਕ ਯੁੱਗ ਦੇ ਅੰਦਰ ਵਿਚਰ ਰਿਹਾ ਹੈ। ਅੱਜ ਇਹ ਮੰਗਲ ਗ੍ਰਹਿ ਤੱਕ ਪਹੁੰਚ ਗਿਆ ਹੈ, ਚੰਦਰਮਾ ਤੱਕ ਪਹੁੰਚ ਗਿਆ ਹੈ। ਅੱਜ ਇਹਨੇ ਇਸ ਯੂਨੀਵਰਸ ਨੂੰ ਕਈ ਮਿਲੀਅਨ ਟ੍ਰਿਲੀਅਨ ਲਾਈਟ ਈਅਰ ਤੱਕ ਵੇਖਿਆ ਹੈ ਤੇ ਇਹ ਵਿਕਾਸ ਹਾਲੇ ਰੁਕਿਆ ਨਹੀਂ, ਇਹ ਵਿਕਾਸ ਹੁੰਦਾ ਰਹੇਗਾ। ਮਹਾਮਾਨਵ ਪੈਦਾ ਹੋਏਗਾ, ਇਹ ਵਿਕਾਸ ਹੁੰਦਾ ਰਹੇਗਾ, ਕਿਉਂਕਿ ਸਿਸਟਮ ਨੂੰ ਸਮਝਿਆ ਨਾ, ਸਿਸਟਮ ਨੂੰ ਸਮਝਿਆ ਕਿ ਆਕਾਸ਼ ਵਿੱਚ ਇੱਲਾਂ ਉੱਡਦੀਆਂ ਨੇ, ਤਾਂ ਉਹ ਸਿਸਟਮ ਨੂੰ ਸਮਝਿਆ ਵੀ ਉੱਡਦੀਆਂ ਕਿਵੇਂ ਨੇ, ਉੱਡਣ ਦਾ ਕਾਰਨ ਕੀ ਹੈ। ਤੇ ਉਹ ਸਿਸਟਮ ਨੂੰ ਸਮਝ ਕੇ ਬੰਦੇ ਨੇ ਹਵਾਈ ਜਹਾਜ਼ ਬਣਾ ਲੈਣਾ। ਪਾਣੀ ਤੇ ਵੇਖਿਆ ਕਿ ਮੈਂ ਇੰਨਾ ਕੁ ਰੋੜਾ ਸੁੱਟਣਾ ਵਾਂ ਤੇ ਰੋੜਾ ਡੁੱਬ ਜਾਂਦਾ ਹੈ, ਮੈਂ ਡੁੱਬ ਜਾਂਦਾ ਵਾਂ, ਲੇਕਿਨ ਆ ਬਤਕਾਂ ਉੱਤੇ ਤਰਦੀਆਂ ਫਿਰਦੀਆਂ ਨੇ। ਉਹ ਇੱਕ ਵੱਡਾ ਸਾਰਾ ਰੁੱਖ ਜਿਹੜਾ ਐਡੀ ਵੱਡੀ ਲੱਕੜ ਤਰੀ ਜਾਂਦੀ, ਕਿਉਂ ਤਰ ਰਹੀ ਹੈ? ਜਦੋਂ ਇਹ ਸਿਸਟਮ ਨੂੰ ਸਮਝਿਆ ਕਿ ਜਿਹੜੀ ਚੀਜ਼ ਆਪਣੇ ਵਜਨ ਨਾਲੋਂ ਜ਼ਿਆਦਾ ਪਾਣੀ ਪਾਸੇ ਕਰ ਦਿੰਦੀ, ਉਹ ਡੁੱਬਦੀ ਨਹੀਂ, ਉਹ ਤਰਦੀ ਹੈ। ਇਹ ਸਿਸਟਮ ਨੂੰ ਸਮਝਿਆ ਤੇ ਬੰਦੇ ਨੇ ਜਹਾਜ਼ ਬਣਾ ਲੈਣਾ। ਅੱਜ 5-5 6-6 ਹਜ਼ਾਰ ਸਵਾਰੀਆਂ ਲੈ ਕੇ ਜਾਣ ਵਾਲੇ ਜਹਾਜ਼, ਵੱਡੇ ਵੱਡੇ, ਜਿਨ੍ਹਾਂ ਦੇ ਵਿੱਚ ਫੁੱਟਬਾਲ ਦਾ ਮੈਦਾਨ ਹੋਵੇ, ਜਿਨ੍ਹਾਂ ਵਿੱਚ ਕ੍ਰਿਕਟ ਦਾ ਮੈਦਾਨ ਹੋਵੇ। ਤਾਂ ਇਹ ਕਿਵੇਂ ਸਮਝਿਆ? ਕਿਉਂਕਿ ਸਿਸਟਮ ਨੂੰ ਸਮਝਿਆ। ਤਾਂ ਗੁਰੂ ਜੀ ਕਹਿੰਦੇ ਨੇ ਕਰਤਾ ਕਰੇ ਸੋ ਹੋਗ, ਜੋ ਰੱਬੀ ਰਜ਼ਾ ਦੇ ਵਿੱਚ ਹੁੰਦਾ ਹੈ ਉਹ ਹੋਏਗਾ, ਨਾ ਚਲੇ ਚਲਾਇਆ। ਆਪਣੀ ਕੋਈ ਸਿਆਣਪ ਨਹੀਂ ਚੱਲਦੀ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਸ਼ੀਰ ਸ਼ਾਸਨ ਕਰਕੇ ਤੇ ਮੈਂ ਸੂਰਜ ਨੂੰ ਪੱਛਮ ਵਾਲੇ ਪਾਸਿਓਂ ਚੜਾ ਦਿਆਂ। ਕੋਈ ਇਹ ਨਹੀਂ ਕਹਿ ਸਕਦਾ ਵੀ ਅਨੁਲੋਮ ਵਿਲੋਮ ਕਰਕੇ ਤੇ ਕਪਾਲ ਭਾਂਤੀ ਕਰਕੇ ਤੇ ਮੈਂ ਕਾਰਬਨ ਮੋਨੋਆਕਸਾਈਡ ਨਾਲ ਜ਼ਿੰਦਾ ਰਹਿ ਜਾਵਾਂ। ਐਵੇਂ ਨਹੀਂ ਹੁੰਦਾ, ਕਦੇ ਵੀ ਨਹੀਂ ਹੁੰਦਾ। ਕੋਈ ਇਹ ਨਹੀਂ ਦਾਵਾ ਕਰ ਸਕਦਾ ਕਿ ਮੈਂ ਪਾਪ ਔਰ ਵਿਕਾਰ ਕਮਾ ਕੇ ਆਪਣੇ ਅੰਦਰ ਸ਼ਾਂਤੀ ਪੈਦਾ ਕਰ ਲਵਾਂ। ਕਦੀ ਇਹ ਨਹੀਂ ਹੋ ਸਕਦਾ ਕਿ ਇਸ ਦੁਨੀਆ ਵਿੱਚ ਪਾਪ, ਅਪਰਾਧ, ਮੇਰ ਤੇਰ ਆਦਿਕ ਵਿਤਕਰੇ ਪੈਦਾ ਕਰੀ ਜਾਓ ਤੇ ਸਮਾਜ ਦੇ ਅੰਦਰ ਸ਼ਾਂਤੀ ਆ ਜਾਏ। ਕਦੇ ਵੀ ਐਸਾ ਨਹੀਂ ਹੋ ਸਕਦਾ ਕਿ ਸਿਸਟਮ ਨੂੰ ਫੋਲੋ ਨਾ ਕਰੋ ਤੇ ਜੀਵਨ ਦੇ ਅੰਦਰ ਵਿਕਾਸ ਹੋ ਸਕੇ। ਐਸਾ ਨਾ ਕਦੇ ਹੋਇਆ ਹੈ ਔਰ ਨਾ ਹੀ ਕਦੇ ਹੋਏਗਾ। ਤਾਂ ਅੱਜ ਦੀ ਜੋ ਇਹ ਵਿਚਾਰ ਹੈ, ਇਹਨੂੰ ਥੋੜਾ ਜਿਹਾ ਦੁਬਾਰਾ ਆਪ ਫਿਰ ਸੁਣ ਲਓ, ਜਿਸ ਕਰਕੇ ਸਾਨੂੰ ਇਹ ਚੀਜ਼ਾਂ ਹੋਰ ਚੰਗੀ ਤਰ੍ਹਾਂ ਸਪਸ਼ਟ ਹੋ ਜਾਣ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ ਕਿ ਭਾਵੇਂ ਸੋਨੇ ਦੀਆਂ ਗੁਫਾਵਾਂ ਬਣਾ ਲਓ ਔਰ ਸੋਨੇ ਦੀਆਂ ਗੁਫਾਵਾਂ ਦੇ ਵਿੱਚ ਬਹਿ ਕੇ ਧਿਆਨ ਜੋੜੋ, ਚਾਹੇ ਪਾਣੀ ਵਿੱਚ ਖੜੇ ਹੋ ਜਾਓ, ਪਤਾਲ ਵਿੱਚ ਚਲੇ ਜਾਓ, ਧਰਤੀ ਦੇ ਉੱਤੇ ਕਰਮ ਕਰਦੇ ਰਹੋ, ਆਕਾਸ਼ ਵਿੱਚ ਉਲਟੇ ਲਟਕਦੇ ਰਹੋ, ਸਿਰ ਭਾਰ ਹੋ ਜਾਓ ਔਰ ਚੰਗੀ ਤਰ੍ਹਾਂ ਕਾਪੜੀਆਂ ਦੀ ਤਰ੍ਹਾਂ ਆਪਣੇ ਸਰੀਰ ਨੂੰ ਢੱਕ ਕੇ ਕਾਪੜੀਏ ਬਣ ਜਾਓ। ਧੂਆਂ ਸਦਾਕਾਰ, ਬੇਸ਼ੱਕ ਸਰੀਰ ਨੂੰ ਤੀਰਥਾਂ ਦੇ ਉੱਤੇ ਹਰ ਟਾਈਮ ਧੋਂਦੇ ਰਹੋ, ਚਾਹੇ ਚਿੱਟੇ, ਲਾਲ, ਪੀਲੇ ਔਰ ਕਾਲੇ ਕੱਪੜੇ ਪਾ ਕੇ ਵੇਦਾਂ ਦੇ ਪਾਠ ਕਰਦੇ ਰਹੋ, ਚਾਹੇ ਜੈਨੀਆਂ ਦੀ ਤਰ੍ਹਾਂ ਕੁਚੀਲ ਹੋ ਜਾਓ। ਇਹ ਸਾਰੇ ਕੰਮ ਕੀ ਨੇ? ਦੁਰਮਤ ਮਤ ਵਿਕਾਰ ਹੋਏ ਕੁਚੀਲ ਰਹਾ ਮਲ ਧਾਰੀ, ਦੁਰਮਤ ਮਤ ਵਿਕਾਰ। ਇਹ ਸਾਰੇ ਖੋਟੀ ਕਰਮ ਕਰਨ ਵਾਲੇ ਮਤ ਨੇ, ਇਹ ਕੰਮ ਨੇ। ਅਸਲੀ ਚੀਜ਼ ਹੈ ਨਾਨਕ ਸ਼ਬਦ ਵਿਚਾਰ, ਸ਼ਬਦ ਨੂੰ ਵਿਚਾਰ ਕੇ ਨਾ ਹੋ ਨਾ ਮੈਂ ਨਾ ਹੋ ਹੂਆਂ। ਗੁਰੂ ਸ਼ਬਦ ਨੂੰ ਵਿਚਾਰ ਕੇ ਗਿਆਨ ਰਾਹੀਂ ਰੱਬੀ ਹੁਕਮ ਨੂੰ ਸਮਝ ਕੇ ਆਪਣੀ ਈਗੋ ਨੂੰ ਖਤਮ ਕਰਨਾ ਅਸਲੀ ਕਰਮ ਹੈ। ਤੇ ਦੂਜੇ ਨੰਬਰ ਤੇ ਵਸਤਰ ਪਖਾਲ ਪਖਾਲੇ ਕਾਇਆ, ਜੇ ਕੋਈ ਕੱਪੜਿਆਂ ਨੂੰ ਹੀ ਧੋਂਦਾ ਰਵੇ, ਸਰੀਰ ਨੂੰ ਸਾਫ਼ ਰੱਖੇ ਔਰ ਆਪਣੇ ਆਪ ਨੂੰ ਸੰਜਮੀ ਸਮਝੇ ਕਿ ਮੈਂ ਸੰਜਮੀ ਹਾਂ, ਮੈਂ ਧਰਮੀ ਹਾਂ, ਔਰ ਅੰਦਰ ਦੀ ਮੈਲ ਨੂੰ ਨਾ ਸਮਝੇ, ਬਾਹਰੋਂ ਮਲ ਮਲ ਕੇ ਧੋਂਦਾ ਰਹੇ, ਤਾਂ ਅੰਧਾ ਭੂਲ ਪਿਆ ਜਮਜਾਲੇ। ਗੁਰੂ ਜੀ ਕਹਿੰਦੇ ਨੇ ਉਹ ਅਗਿਆਨੀ ਅੰਨਾ ਹੈ, ਉਹਨੇ ਆਤਮਿਕ ਮੌਤ ਦਾ ਜਾਲ ਸਹੇੜ ਲਿਆ ਹੈ। ਜੇ ਕੋਈ ਸਰੀਰ ਨੂੰ ਹੀ ਸਾਫ਼ ਰੱਖਦਾ ਹੈ, ਕੇਵਲ ਕੱਪੜਿਆਂ ਨੂੰ ਸਾਫ਼ ਰੱਖ ਕੇ ਹੀ ਆਪਣੇ ਆਪ ਨੂੰ ਧਰਮੀ ਸਮਝੀ ਬੈਠਾ ਹੈ ਕਿ ਮੈਂ ਧਰਮੀ ਹਾਂ, ਤਾਂ ਧਰਮ ਇਹ ਨਹੀਂ ਹੈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਤੇ ਸਾਫ਼ ਸਫਾਈ ਤੇ ਰੱਖੇ ਬਾਹਰ ਦੀ ਵੀ, ਸਰੀਰ ਦੀ ਵੀ, ਤੇ ਪਰਾਈ ਵਸਤੂ ਨੂੰ ਆਪਣੀ ਸਮਝੇ, ਬੇਗਾਨੇ ਹੱਕ ਖਾਏ, ਹਉਮੈ ਹੰਕਾਰ ਕਰੇ, ਤਾਂ ਇਹ ਕਰਮ ਠੀਕ ਨਹੀਂ ਹਨ। ਇਸ ਲਈ ਗੁਰੂ ਜੀ ਨੇ ਦੱਸਿਆ ਹੈ ਨਾਨਕ ਗੁਰਮੁਖ ਹਉਮੈ ਟੁੱਟੈ। ਇਹ ਜਿਹੜੀ ਹਉਮੈ ਹੈ, ਹੰਕਾਰ ਹੈ, ਈਗੋ ਹੈ, ਚੁਸਤੀਆਂ ਚਲਾਕੀਆਂ ਨੇ, ਇਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਦੇ ਨਾਲ ਖਤਮ ਹੋ ਸਕਦੀਆਂ ਨੇ। ਕਿ ਜੇ ਕਿਤੇ ਜ਼ਿੰਦਗੀ ਵਿੱਚ ਐਸੀ ਕਮੀ ਪੇਸ਼ੀ ਹੈ
ਤਾਂ ਅਸੀਂ ਗੁਰੂ ਚਰਨਾਂ ਦੀ ਓਟ ਲਵੀਏ ਤਾਂ ਅਸੀਂ ਸਿੱਧੇ ਰਾਹ ਤੇ ਆ ਸਕਦੇ ਹਾਂ। ਸਾਨੂੰ ਫਿਰ ਨਾਮ ਜਪੇ ਨਾਮੋ ਆਰਾਧੇ ਨਾਮੇ ਸੁਖ ਸਮਾਵੇ। ਨਾਮ ਦਾ ਮਤਲਬ ਹੁਕਮ, ਫਿਰ ਹੁਕਮ ਦੀ ਸੂਝ ਆਏਗੀ, ਬੰਦਾ ਹੁਕਮ ਨੂੰ ਧਿਆਨ ਦੇ ਵਿੱਚ ਰੱਖੇਗਾ, ਹੁਕਮ ਦੇ ਅੰਦਰ ਚੱਲ ਕੇ ਸੁਖ ਦੇ ਅੰਦਰ ਸਮਾਇਆ ਜਾ ਸਕਦਾ ਹੈ। ਨਾਮ ਦਾ ਮਤਲਬ ਹੁਕਮ, ਰਜਾ। ਔਰ ਇਹ ਸਰੀਰ ਹੈ, ਜਿੰਦ ਔਰ ਸਰੀਰ ਮਿਲੇ ਨੇ, ਭਾਵ ਜੀਵਨ ਮਿਲਿਆ ਹੈ। ਤਾਂ ਜਿੱਥੇ ਸੰਜੋਗ ਹੈ ਨਾ, ਜੀਵਨ ਮਿਲਿਆ, ਇਹਦਾ ਇੱਕ ਦਿਨ ਵਿਜੋਗ ਵੀ ਹੋਣਾ ਹੈ, ਮੌਤ ਵੀ ਹੋਣੀ ਹੈ। ਇਹ ਇੱਕ ਅਟਲ ਸੱਚਾਈ ਹੈ। ਔਰ ਇਹ ਜੀਵਨ ਜਿਸ ਹੁਕਮ ਵਿੱਚ ਮਿਲਿਆ ਸਿਸਟਮ ਵਿੱਚ, ਉਸੇ ਸਿਸਟਮ ਦੇ ਅੰਦਰ ਮੌਤ ਵੀ ਹੋ ਜਾਣੀ ਹੈ। ਪਰ ਜਿਹੜੀ ਸਾਨੂੰ ਜ਼ਿੰਦਗੀ ਮਿਲੀ ਹੈ, ਇਹਦੇ ਵਿੱਚ ਮੂਰਖਤਾ ਵਾਲਾ ਕੰਮ ਕੀ ਹੈ? ਮੂਰਖ ਭੋਗੇ ਭੋਗ ਦੁੱਖ ਸਬਾਇਆ। ਕਿ ਉਹ ਬੰਦਾ ਮੂਰਖ ਹੈ ਜਿਹੜਾ ਵਿਸ਼ੇ ਵਿਕਾਰ ਕਮਾਉਂਦਾ ਹੈ ਇਸ ਜ਼ਿੰਦਗੀ ਵਿੱਚ, ਸਚਾਈ ਨੂੰ, ਦਇਆ ਧਰਮ ਨੂੰ, ਪ੍ਰੇਮ ਮੁਹੱਬਤ ਨੂੰ ਛੱਡ ਦਿੰਦਾ ਹੈ। ਈਰਖਾ, ਦਵੈਸ਼, ਵੈਰ ਵਿਰੋਧ, ਪਰਾਏ ਹੱਕ ਖਾਣੇ, ਇਹਨਾਂ ਵਿਸ਼ੇ ਭੋਗਾਂ ਦੇ ਅੰਦਰ ਸਮਾਇਆ ਰਹਿੰਦਾ ਹੈ। ਉਹ ਦੁੱਖ ਭੋਗਦਾ ਹੈ, ਦੁੱਖ ਇਕੱਠੇ ਕਰ ਲੈਂਦਾ ਹੈ। ਤੇ ਜਿਨ੍ਹਾਂ ਨੂੰ, ਜਿਹੜੇ ਪਾਪ ਕਰਕੇ ਜਿਨ੍ਹਾਂ ਨੂੰ ਇਹ ਸੁੱਖ ਸਮਝਦਾ ਹੈ, ਉਹੀ ਇਹਦੇ ਦੁੱਖ ਦਾ ਕਾਰਨ ਬਣ ਜਾਂਦੇ ਨੇ। ਇਹਦੀਆਂ ਖੁਸ਼ੀਆਂ ਗਮੀਆਂ ਵਿੱਚ ਬਦਲ ਜਾਂਦੀਆਂ ਨੇ, ਔਰ ਆਖਿਰ ਇਹ ਆਤਮਕ ਮੌਤ ਤੇ ਮਰ ਜਾਂਦਾ ਹੈ। ਮੂਰਖ ਗਣਤ ਗਣਾਏ ਝਗੜਾ ਪਾਇਆ। ਜਿਹੜਾ ਮੂਰਖ ਹੈ ਨਾ, ਮੂਰਖਾਂ ਵਾਲੇ ਕੰਮ ਕਰਕੇ, ਜਿਹੜੇ ਪਿੱਛੇ ਕੰਮ ਗਿਣੇ ਨੇ, ਇਹ ਮੂਰਖਾਂ ਵਾਲੇ ਕੰਮ ਕਰਕੇ ਆਪਣੇ ਗੱਲ ਵਿੱਚ ਝਗੜਾ ਪਾ ਲੈਂਦਾ ਹੈ। ਝਗੜਾ ਦਾ ਮਤਲਬ ਲੰਬਾ ਝੰਬੇਲਾ ਖੜਾ ਕਰ ਲੈਂਦਾ ਹੈ, ਗੋਰਖ ਧੰਦੇ ਦੇ ਵਿੱਚ ਉਲਝ ਜਾਂਦਾ ਹੈ, ਮੱਕੜੀ ਦੀ ਤਰ੍ਹਾਂ ਆਪਣੇ ਹੀ ਕੀਤੇ ਮਾੜੇ ਕੰਮਾਂ ਦੇ ਜਾਲ ਵਿੱਚ ਉਲਝ ਜਾਂਦਾ ਹੈ। ਤਾਂ ਇਹਦਾ ਹੱਲ ਕੀ ਦੱਸਿਆ ਹੈ? ਅੱਜ ਦੀ ਵਿਚਾਰ ਦਾ ਜੋ ਹੱਲ ਹੈ, ਲਾਸਟ ਵਿੱਚ ਦੱਸ ਰਹੇ ਨੇ, ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ। ਇਹ ਨਿਬੇੜਾ ਕਰਨਾ ਗੁਰੂ ਦੇ ਹੱਥ ਵਿੱਚ ਹੈ। ਭਾਵ ਜੇ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੀ ਜਾਏ ਤਾਂ ਇਹ ਝਗੜੇ ਝਮੇਲੇ ਸਾਰੇ ਦੇ ਸਾਰੇ ਖਤਮ ਹੋ ਸਕਦੇ ਨੇ। ਤੇ ਸਮਝ ਆ ਜਾਂਦੀ ਹੈ ਕਿ ਕਰਤਾ ਕਰੇ ਸੁਹੋਗ ਨਾ ਚੱਲੇ ਚਲਾਇਆ, ਕਿ ਇਸ ਸੰਸਾਰ ਦੇ ਅੰਦਰ ਰੱਬੀ ਸਿਸਟਮ ਹੈ, ਲਾ ਆਫ ਨੇਚਰ ਹੈ, ਉਹਦੇ ਤੋਂ ਉਲਟ ਕੁਝ ਵੀ ਨਹੀਂ ਕੀਤਾ ਜਾ ਸਕਦਾ। ਰੱਬੀ ਰਜ਼ਾ ਦੇ ਅੰਦਰ ਚੱਲ ਕੇ ਜਿੰਨੇ ਮਰਜ਼ੀ ਸੁਖ, ਆਰਾਮ, ਆਨੰਦ, ਖੇੜਾ, ਪ੍ਰਸੰਨਤਾ ਮਾਣੀ ਜਾ ਸਕਦੀ ਹੈ। ਤਾਂ ਅੱਜ ਦੀ ਵਿਚਾਰ ਅਸੀਂ ਇਸ ਕਰ ਰਹੇ ਹਾਂ। ਹੁਣ ਜਿਨ੍ਹਾਂ ਵੀਰਾਂ ਜਾਂ ਭੈਣਾਂ ਨੇ ਅੱਜ ਦੀ ਇਸ ਵਿਚਾਰ ਦੇ ਅੰਦਰ ਕੋਈ ਸਵਾਲ ਪੁੱਛਣਾ ਹੈ ਤਾਂ ਉਹ ਸਵਾਲ ਪੁੱਛ ਸਕਦੇ ਹੋ। ਔਰ ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਆਪਣੇ ਵਿਊਜ਼ ਦੇ ਸਕਦੇ ਹੋ। ਤੇ ਜਿਹੜੇ ਫੇਸਬੁੱਕ ਦੇ ਉੱਤੇ ਮੇਰੇ ਵੀਰ ਜਾਂ ਭੈਣਾਂ ਸਰਵਣ ਕਰ ਰਹੇ ਨੇ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ, ਜੋ ਆਪ ਇੰਨਾ ਪਿਆਰ ਬਖਸ਼ਦੇ ਹੋ। ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖਣਾ। ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਮੈਨੂੰ ਫੇਸਬੁੱਕ ਤੇ ਮੈਸੇਜ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।